सतनाम वाहिगुरु साहिब जीओ। सब सुख दाता राम है, दूसर नाहिन कोय। कहो नानक सुन रे मना, तेह सिमरत गत होए। सब सुख दाता राम है, दूसर नाहिन कोय। कहो नानक सुन रे मना, तेह सिमरत गत होए। जेह सिमरत गत पाईऐ, तेह भज रे तै मीत। कहो नानक सुन रे मना, औद घटत है नीत। जेह सिमरत गत पाईऐ, तेह भज रे तै मीत। कहो नानक सुन रे मना, औद घटत है नीत। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह, छतर चबर तख्त दे मालक श्री गुरु ग्रंथ साहिब पातशाह जी की पावन पवित्र हजूरी विच सुभाएमान गुरु रूप साध संगत जीओ। नौवें पातशाह गुरु तेग बहादुर साहब जी के सलोकां विच अज दे विचार अधीन 9 और 10 नंबर सलोक आप जी ने सरवण कीते। इन्हां सलोकां विच एक शब्द वरतिया गुरु तेग बहादुर साहब महाराज ने। शब्द है गत। गत का अखरी अर्थ है गति, चाल, स्पीड, तुरना। कह रहे हैं कि वाहिगुरु का सिमरन करन नाल तैनूं गति प्राप्त होवेगी। दोवां सलोकां विच शब्द वरतिया है। कहो नानक सुन रे मना, तेह सिमरत गत होए। ये 9 नंबर सलोक है। फिर 10वें विच ये शब्द फिर वरतिया गया, जे सिमरत गत पाईऐ, तेह भज रे तै मीत। ਇਹਦਾ मतलब कोई किसी आदमी के सवाल के जवाब विच गुरु तेग बहादुर साहब बोल रहे हैं। किसी ने गति की गल की है। बड़ा शब्द प्रचलित है कि ये आदमी जिहड़ा चढ़ाई कर गया दी गति नहीं हुई, मरण तो बाद गति भी कराउंदे ने लोग, मुक्ति मुल भी मिलती इस धरती ते। ये नहीं पता कि वो किवें दी है। गति शब्द भी वरतिया जाता। सतगुरु कहंदे पहला ते इस गति दे आपां भाव समझिए की ने। गति है कि गति का अर्थ इस चाल तुरना। जिवें एक आदमी सवेरे अपने साधन ते सफ़र करना शुरू करता है तो उहदा एक 2 चीज़ां ने उहदे कोल, एक मार्ग ते एक मंजिल। मार्ग ते उन्हें तुरना हुंदा है ते मंजिल ते उन्हें पहुँचना हुंदा है। जिवें इत्थों तुरने आ
ਅਸੀਂ ਦਰਸ਼ਨ ਕਰਨ ਜਾਣਾ ਸ੍ਰੀ ਦਰਬਾਰ ਸਾਹਿਬ, ਤਾਂ ਸਾਡੀ ਮੰਜ਼ਿਲ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸਾਡਾ ਮਾਰਗ ਹੈ ਜਿਹੜੀ ਸੜਕ ਉੱਥੋਂ ਤੱਕ ਜਾਂਦੀ ਹੈ। ਤੇ ਤੀਜੀ ਚੀਜ਼ ਅਸੀਂ ਵੇਖਦੇ ਹਾਂ ਵੀ ਕਿੰਨੇ ਘੰਟਿਆਂ ਵਿੱਚ ਪਹੁੰਚਾਂਗੇ, ਕਿੰਨੀ ਸਪੀਡ ਤੇ ਜਾਣਾ, ਕਿੰਨੀ ਗਤੀ ਤੇ ਜਾਣਾ। ਉਹ ਗਤੀ ਜੇ ਹੋਵੇਗੀ, ਚਾਲ ਹੋਵੇਗੀ ਤੇ ਤਾਂ ਪਹੁੰਚਾਂਗੇ। ਜੇ ਚਾਲ ਵਿੱਚ ਫਰਕ ਪੈ ਗਿਆ, ਰਾਹ ਵਿੱਚ ਫਰਕ ਪੈ ਗਿਆ, ਜਾਂ ਅਸੀਂ ਅਵੇਸਲੇ ਹੋ ਗਏ ਤੇ ਸਾਧ ਸੰਗਤ ਮੰਜ਼ਿਲ ਨਹੀਂ ਆਏਗੀ, ਸਿਰੇ ਤੇ ਨਹੀਂ ਲੱਗਾਂਗੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਜ਼ਿੰਦਗੀ ਵੀ ਇੱਕ ਮਾਰਗ ਹੈ। ਜਨਮ ਤੋਂ ਲੈ ਕੇ ਮੌਤ ਤੋਂ ਪਹਿਲਾਂ ਪਹਿਲਾਂ ਅਸੀਂ ਕਿਸੇ ਮੰਜ਼ਿਲ ਤੇ ਜਾਣਾ ਹੈ, ਕਿਸੇ ਤੀਰਥ ਤੇ ਪਹੁੰਚਣਾ, ਕਿਸੇ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰ ਜਾਣਾ ਮੌਤ ਤੋਂ ਪਹਿਲਾਂ। ਜੇ ਮਰਨ ਤੋਂ ਪਹਿਲਾਂ ਉੱਥੇ ਨਹੀਂ ਪਹੁੰਚੇ ਤੇ ਫਿਰ ਕਹਿੰਦੇ ਨੇ ਰਾਹ ਵਿੱਚ ਰਹਿ ਗਏ, ਹੁਣ ਗਤੀ ਨਹੀਂ, ਗਤੀ ਘੱਟ ਰਹਿ ਗਈ ਸੀ, ਮੰਜ਼ਿਲ ਤੇ ਗਏ ਨਹੀਂ। ਹੋਰ ਪਾਸਿਆਂ ਵੱਲ ਅਸੀਂ ਕੰਮ ਕਰਦੇ ਰਹੇ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹ ਬਚਨ ਆਉਂਦੇ ਨੇ, ਕਹਿੰਦੇ ਨੇ ਜਿਹੜੇ ਕੰਮ ਨੂੰ ਤੂੰ ਕਰਨ ਵਾਸਤੇ ਆਇਆ, ਜੋ ਕੁਝ ਤੂੰ ਖਰੀਦਣ ਵਾਸਤੇ ਆਇਆ, ਉਹ ਹੋਰ ਚੀਜ਼ ਹੈ, ਤੂੰ ਹੋਰ ਪਾਸੇ ਆਪਣਾ ਸਮਾਂ ਲਾਈ ਜਾ ਰਿਹਾ। ਰਾਹ ਵਿੱਚ ਜਿਵੇਂ ਸਮਾਂ ਮਨੁੱਖ ਕਿਤੇ ਹੋਰ ਉਲਝ ਜਾਏ ਤੇ ਉਹ ਜਦੋਂ ਵਾਪਸੀ ਤੇ ਆਉਣਾ, ਉਹ ਕੰਮ ਵਿੱਚ ਹੀ ਰਹਿ ਗਿਆ, ਫਾਲਤੂ ਚੀਜ਼ਾਂ ਦੇ ਵਿੱਚ ਸਮਾਂ ਗੁਜ਼ਾਰ ਦਿੱਤਾ। ਸਤਿਗੁਰੂ ਨੇ ਇਹਨੂੰ ਬਾਜ਼ਾਰ ਵੀ ਕਿਹਾ। ਬਾਜ਼ਾਰ ਵਿੱਚ ਅਸੀਂ ਜਾਂਦੇ ਹਾਂ, ਉੱਥੋਂ ਮੰਨ ਲਓ ਅਸੀਂ ਕੋਈ ਵਸਤੂ ਸਰੀਰ ਦੇ ਗੁਜ਼ਾਰੇ ਲਈ ਖਰੀਦ ਕੇ ਲਿਆਉਣੀ ਹੈ, ਤੇ ਬਾਜ਼ਾਰ ਵਿੱਚ ਤੇ ਇੱਕ ਤੋਂ ਲੈ ਕੇ 100 ਸਾਰੀਆਂ ਚੀਜ਼ਾਂ ਨੇ, ਅਸੀਂ ਇੱਕੋ ਖਰੀਦਣੀ ਹੈ ਜਿਹੜੀ ਸਾਨੂੰ ਜ਼ਰੂਰਤ ਹੈ, ਸਾਡੀ ਲੋੜ ਹੈ। ਪਰ ਜੇ ਕੋਈ ਗ੍ਰਾਹਕ ਬਾਜ਼ਾਰ ਦੇ ਇੱਕ ਸਿਰੇ ਤੋਂ ਪਹਿਲੀ ਦੁਕਾਨ ਤੋਂ ਲੈ ਕੇ ਤੁਰੇ ਤੇ ਸਾਧ ਸੰਗਤ ਸਾਰਾ ਕੁਝ ਤਾਂ ਦੇਖਣ ਲੱਗੇ ਤੇ ਇੱਕ ਦੁਕਾਨ ਵਿੱਚ ਹੀ ਸਾਰੀ ਦਿਹਾੜੀ ਲੈ ਜਾਏਗੀ। ਜਿਵੇਂ ਆਦਤ ਹੈ ਆਦਮੀ ਦੀ, ਲੈਣ ਇੱਕ ਜਾਂਦਾ, ਵੇਖਦਾ 50-100, ਤਾਂ ਉਹ ਸਮਾਂ ਗਵਾ ਲਿਆ। ਜਿਹੜੀ ਵਸਤੂ ਲੈਣ ਗਿਆ ਸੀ ਉਹਦੇ ਲਈ ਸਮਾਂ ਹੀ ਨਹੀਂ ਬਚਿਆ, ਦੂਜੀਆਂ ਵੇਖਦਾ ਰਿਹਾ ਤੇ ਇੰਨੇ ਚਿਰ ਨੂੰ ਰਾਤ ਪੈ ਗਈ, ਦੁਕਾਨ ਵਾਲੇ ਨੇ ਦੁਕਾਨ ਬੰਦ ਕਰ ਦਿੱਤੀ, ਖਾਲੀ ਮੁੜ ਆਇਆ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇੱਕ ਪਹਿਲਾਂ ਹੀ ਮਾਇਆ ਦੇ ਕੇ ਭੇਜੀ, ਧਨ ਦਿੱਤਾ, ਇੱਕ ਪੂੰਜੀ ਦੇ ਕੇ ਵਿੱਚ ਸਰੀਰ ਦੇ ਪਾ ਦਿੱਤੀ ਕਿ ਇਹ ਤੇਰੇ ਅੰਦਰ ਜਿਹੜੇ ਸਵਾਸ ਚੱਲ ਰਹੇ ਨੇ ਪੂੰਜੀ ਹੈ। ਪਵਨ ਪੂੰਜੀ ਪ੍ਰਗਾਸਿਓ, ਕਬੀਰ ਜੀ ਦਾ ਸ਼ਬਦ ਪੂੰਜੀ ਹੈ। ਪੂੰਜੀ ਦਾ ਮਤਲਬ ਹੁੰਦਾ ਜਦੋਂ ਕੋਈ ਵਪਾਰੀ ਵਪਾਰ ਕਰਨ ਜਾਂਦਾ ਹੈ ਤੇ ਉਹਦੇ ਕੋਲ ਪਹਿਲਾਂ ਕੁਝ ਨਾ ਕੁਝ ਮਾਇਆ ਹੋਣੀ ਚਾਹੀਦੀ ਜਿਹਦੇ ਨਾਲ ਖਰੀਦੇਗਾ। ਪਾਪ ਪੁੰਨ ਦੋਇ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ। ਪਾਪ ਤੇ ਪੁੰਨ ਦੋ ਬੈਲ ਨੇ ਇਸ ਸਰੀਰ ਵਿੱਚ, ਤੇ ਪਵਨ ਰੂਪੀ, ਪਵਨ ਦਾ ਅਰਥ ਹੈ ਸਵਾਸ ਰੂਪੀ ਧਨ ਵਾਹਿਗੁਰੂ ਨੇ ਸਾਡੇ ਸਰੀਰ ਦੇ ਵਿੱਚ ਪਾ ਦਿੱਤਾ। ਜਨਮ ਜਦੋਂ ਦਿੱਤਾ ਤੇ ਸਭ ਤੋਂ ਪਹਿਲਾਂ ਬੰਦਾ ਸੰਸਾਰ ਵਿੱਚ ਆ ਕੇ ਹੋਰ ਕੁਝ ਨਹੀਂ ਕਰਦਾ। ਸਾਡਾ ਪਹਿਲਾ ਕਰਮ ਕੀ? ਜਦੋਂ ਜਨਮ ਲਿਆ, ਜਨਮ ਸਮੇਂ ਕੋਈ ਪਹਿਲਾ ਕਰਮ ਨਹੀਂ, ਨਾ ਵੇਖਨੇ ਆ ਸਾਧ ਸੰਗਤ, ਨਾ ਅਸੀਂ ਕੁਝ ਸੁਣਨੇ ਆ, ਨਾ ਕੁਝ ਖਾਣੇ ਆ। ਪਹਿਲਾ ਕਰਮ ਕਈ ਕੀ ਹੈ ਸਾਡਾ, ਉਹ ਬੜਾ ਕੀਮਤੀ ਹੈ। ਪਹਿਲਾ ਕਰਮ ਵੈਸੇ ਉਹ ਦੋ ਨੇ, ਇੱਕੋ ਵਿੱਚੋਂ ਪੈਦਾ ਹੁੰਦੇ ਨੇ, ਉਹ ਦੋ ਹੀ ਬੜੀਆਂ ਕੀਮਤੀ ਚੀਜ਼ਾਂ ਨੇ। ਇੱਕ ਤੇ ਜਦੋਂ ਜਨਮ ਲੈਂਦਾ ਬੱਚਾ, ਉਹਦੇ ਜੀਵਨ ਦੀ ਸ਼ੁਰੂਆਤ ਆਵਾਜ਼ ਤੋਂ ਹੁੰਦੀ ਹੈ, ਸ਼ਬਦ ਤੋਂ ਆਵਾਜ਼ ਨਿਕਲਦੀ ਉਹਦੇ ਮੂੰਹ ਵਿੱਚੋਂ, ਭਾਵੇਂ ਰੋਂਦਾ ਹੀ, ਅਸੀਂ ਕਹਿੰਦੇ ਹਾਂ ਰੋਂਦਾ, ਆਵਾਜ਼ ਨਿਕਲੇਗੀ, ਛੋਟੀ ਜੀ ਆਵਾਜ਼ ਕੱਢੇਗਾ ਤੇ ਆਵਾਜ਼ ਨਿਕਲਦਿਆਂ ਦੇ ਨਾਲ ਹੀ ਸਵਾਸ ਚੱਲ ਪਏਗਾ ਉਹਦਾ। ਜਿੰਨਾ ਚਿਰ ਆਵਾਜ਼ ਨਹੀਂ ਨਾ ਹੁੰਦੀ, ਸਵਾਸ ਨਹੀਂ ਚੱਲਦਾ ਬੱਚੇ ਦਾ। ਉਹਨੂੰ ਪਹਿਲਾਂ ਥੋੜਾ ਜਿਹਾ ਭਾਵੇਂ ਰੋਣਾ ਪਏ, ਕੁਝ ਵੀ ਹਰਕਤ ਕਰਨੀ ਪਏ, ਸਵਾਸ ਚੱਲਦੇ ਨੇ ਸ਼ਬਦ ਨਾਲ। ਸ਼ਬਦ ਨੇ ਸਵਾਸ ਤੋਰੇ ਨੇ। ਸ਼ਬਦ ਦੇ ਅਰਥ ਨੇ, ਇਹ ਨਾ ਸਮਝਣਾ ਸ਼ਬਦ ਦੇ ਅਰਥ ਕਿ ਉੱਥੇ ਕੋਈ ਭਾਸ਼ਾ ਬੋਲੀ, ਆਵਾਜ਼ ਕੱਢੀ ਸਿਰਫ। ਵੈਸੇ ਡੂੰਘੇ ਵਿੱਚ ਜਾਈਏ ਤੇ ਆਵਾਜ਼ ਨੂੰ, ਸਾਊਂਡ ਨੂੰ ਸ਼ਬਦ ਕਹਿੰਦੇ ਨੇ।
ਅੱਖਰ ਤੇ ਸਿਰਫ ਉਹਨਾਂ ਸ਼ਬਦਾਂ ਨੂੰ ਪ੍ਰਗਟ ਕਰਨ ਦਾ ਵਸੀਲਾ ਹੁੰਦਾ ਹੈ। ਪਹਿਲਾ ਸਾਡਾ ਕਰਮ ਆਵਾਜ਼, ਸ਼ਬਦ ਤੇ ਦੂਜਾ ਸਵਾਸ, ਤੇ ਨਾਲ ਹੀ ਜਿਹੜੀ ਸਾਡੀ ਪੂੰਜੀ ਸੀ ਸਵਾਸਾਂ ਦੀ ਉਹ ਖਰਚਣੀ ਸ਼ੁਰੂ ਹੋ ਗਈ, ਨਾਲੋਂ ਨਾਲ ਖਤਮ ਹੋਣੀ ਸ਼ੁਰੂ ਹੋ ਗਈ। ਕਬੀਰ ਜੀ ਕਹਿੰਦੇ ਨੇ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਕ ਨਾ ਜਾਣੈ ਜੇ ਦਿਨ ਦਿਨ ਔਧ ਘਟ। ਸਵਾਸ ਤੇ ਇੱਕ ਇੱਕ ਨਿਕਲਦਾ ਗਿਆ, ਪੂੰਜੀ ਘਟਦੀ ਗਈ। ਗੁਰੂ ਤੇਗ ਬਹਾਦਰ ਸਾਹਿਬ, ਕਿਸੇ ਨੇ ਪੁੱਛਿਆ ਕੋਈ ਉਪਦੇਸ਼, ਤੇ ਸਤਿਗੁਰਾਂ ਨੇ ਕਿਹਾ ਸਾਵਧਾਨ ਹੋ ਜਾਣਾ ਚਾਹੀਦਾ। ਕਹਿੰਦੇ ਸਾਵਧਾਨੀ ਦੀ ਕਿਹੜੀ ਗੱਲ ਹੈ? ਕਹਿੰਦੇ ਸਵਾਸ ਜਿਹੜੇ ਨਾ, ਕੱਲ ਵੀ ਬੇਨਤੀ ਕੀਤੀ ਸੀ, ਜਾਗਦਿਆਂ ਤੇ ਬੰਦੇ ਦੇ ਖਤਮ ਹੁੰਦੇ ਹੀ ਹੁੰਦੇ ਨੇ, ਜਦੋਂ ਅਸੀਂ ਸੌਂ ਵੀ ਜਾਂਦੇ ਹਾਂ ਸਵਾਸ ਉਦੋਂ ਵੀ ਖਤਮ ਹੋਈ ਜਾਂਦੇ ਨੇ ਨਾਲੋਂ ਨਾਲ। ਉਹਨਾਂ ਨੇ ਨਹੀਂ ਰੁਕਣਾ। ਹੋਰ ਭਾਵੇਂ ਸਾਧ ਸੰਗਤ ਜ਼ਿੰਦਗੀ ਦੇ ਵਿੱਚ ਦੁੱਖ ਆਵੇ, ਭਾਵੇਂ ਸੁੱਖ ਆਵੇ, ਸੋਗ ਆਵੇ, ਭਾਵੇਂ ਹਰਖ ਆਵੇ, ਕਾਮਯਾਬੀ ਮਿਲੇ ਕਿ ਨਾ ਕਾਮਯਾਬੀ, ਕੁਝ ਵੀ ਹੋ ਜਾਏ, ਸਵਾਸਾਂ ਨੇ ਚੱਲੀ ਹੀ ਜਾਣਾ ਹੈ ਆਪਣੇ ਆਪ। ਉਹ ਨਹੀਂ ਰੁਕਦੇ, ਨਾ ਉਹ ਥੱਕਦੇ ਨੇ, ਨਿਕਲੀ ਜਾਂਦੇ ਨੇ ਤੇ ਖਤਮ ਹੋਈ ਜਾਂਦੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ, ਜਿਨਨੇ ਪੁੱਛਿਆ ਕੋਈ ਉਪਦੇਸ਼, ਕਹਿੰਦੇ ਸਭ ਤੋਂ ਪਹਿਲਾ ਉਪਦੇਸ਼ ਹੈ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਹਿਬ ਦੇ ਬਚਨ ਨੇ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਵਿਹਾਤ ਹੈ, ਫੂਟੇ ਘਟ ਜਿਉ ਪਾਣੀ। ਚੇਤਨਾ ਹੈ ਤੋ ਚੇਤ ਲੈ, ਸ਼ਬਦ ਬਹੁਤ ਪਿਆਰਾ ਹੈ। ਉਦਾਹਰਨ ਦਿੱਤੀ ਹੈ ਘੜੇ ਦੀ। ਕਹਿੰਦੇ ਘੜੇ ਵਿੱਚ ਤਰੇੜ ਆ ਜਾਏ ਤੇ ਸ਼ਾਮ ਨੂੰ ਪਾਣੀ ਭਰੋ, ਸਵੇਰੇ ਸੁੱਕ ਗਿਆ, ਖਤਮ ਹੋ ਗਿਆ, ਪਾਣੀ ਖਤਮ ਹੋ ਗਿਆ, ਚੋ ਗਿਆ ਵਿੱਚੋਂ ਕਹਿ ਲੋ, ਜਾਂ ਸਿਮ ਗਿਆ, ਇੱਕ ਇੱਕ ਬੂੰਦ ਕਰਕੇ ਨਿਕਲ ਗਿਆ। ਇੱਥੇ ਕਹਿ ਰਹੇ ਨੇ ਚੇਤੇ ਕਰ। ਹੁਣ ਇੱਥੇ ਧਿਆਨ ਦੇਣਾ, ਕਿਹੜੀ ਚੀਜ਼ ਹੈ ਜਿਹੜੀ ਰੱਬ ਨੂੰ ਚੇਤੇ ਕਰੇਗੀ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਸੰਸਾਰ ਵਿੱਚ ਵੇਖਣਾ ਹੋਵੇ ਤੇ ਅੱਖ ਕੰਮ ਦੇ ਸਕਦੀ, ਰੱਬ ਦੇ ਘਰ ਵਿੱਚ ਨਹੀਂ। ਇੱਥੇ ਕੰਮ ਹੈ ਚੇਤੇ ਕਰਨਾ। ਚੇਤੇ ਕਾਹਦੇ ਨਾਲ ਕਰੀਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਹੈ, ਮੈਂ ਪੜ੍ਹ ਦਿੱਤਾ ਹੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਕੀਰਤਨ ਵੀ ਇਹਦਾ ਸੁਣ ਲਵਾਂਗੇ। ਇਹ ਗਾ ਕੇ ਵੀ ਕਿਹਾ ਜਾ ਸਕਦਾ ਹੈ, ਇਹਨੂੰ ਯਾਦ ਵੀ ਕੀਤਾ ਜਾ ਸਕਦਾ ਹੈ। ਪਰ ਚੇਤਨਾ ਸ਼ਬਦ ਜਿਹੜਾ ਹੈ ਬੜਾ ਮਹਿੰਗਾ ਹੈ। ਚੇਤਨਾ ਬੰਦੇ ਦੇ ਅੰਦਰ ਦੀ ਇੱਕ ਬੜੀ ਮਹਿੰਗੀ ਪੂੰਜੀ ਹੈ, ਉਹਨੂੰ ਕੋਈ ਕੋਈ ਜਗਾਉਂਦਾ ਹੈ। ਚੇਤਨਾ ਸੁੱਤੀ ਪਈ ਅੰਦਰ, ਚੇਤਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਤੇਰੇ ਅੰਦਰ ਇੱਕ ਚੇਤਨਾ ਹੈ। ਚੇਤਨਾ ਦਾ ਅਰਥ ਚੇਤਨ, ਸਾਵਧਾਨਤਾ। ਤੇਰੇ ਅੰਦਰ ਇੱਕ ਚੇਤਾ ਸ਼ਕਤੀ ਹੈ, ਤੇਰੇ ਅੰਦਰ ਚੇਤਨਾ ਹੈ ਨਾ ਚੇਤਨਾ? ਕਿਸੇ ਨੂੰ ਪੁੱਛਿਆ, ਕਹਿ ਰਹੇ ਨੇ ਤੇਰੇ ਕੋਲ ਚੇਤਨਾ ਹੈ। ਜਿਵੇਂ ਕਿਸੇ ਨੂੰ ਕਹੀਏ ਨਾ, ਸਾਹਮਣੇ ਅੱਖ ਖੋਲ ਕੇ ਵੇਖ, ਉਹਨੂੰ ਕਹਿੰਦੇ ਤੇਰੀ ਅੱਖ ਹੈ, ਤੂੰ ਵੇਖਣਾ ਤੇ ਅੱਖ ਹੈ ਨਾ, ਇਹਦੀ ਵਰਤੋਂ ਕਰ ਲੈ, ਦੇਖ ਲੈ। ਜਾਂ ਕੋਈ ਬੰਦਾ ਸੁਣੇ ਨਾ ਤੇ ਉਹਨੂੰ ਕਹਿੰਦੇ ਤੇਰੇ ਕੰਨ ਕੰਮ ਕਰਦੇ ਨੇ ਕਿ ਨਹੀਂ, ਸੁਣਦਾ ਕਿਉਂ ਨਹੀਂ ਗੱਲ। ਜਾਂ ਕੋਈ ਬੰਦਾ ਨਕਾਰਾ ਹੋਵੇ, ਬਿਲਕੁਲ ਕੰਮ ਨਾ ਕਰੇ, ਆਪਣਾ ਭਾਂਡਾ ਵੀ ਨਾ ਚੁੱਕੇ, ਤਾਂ ਉਹਨੂੰ ਕਹਿੰਦੇ ਨੇ ਤੇਰੇ ਹੱਥ ਹੈਣ ਕਿ ਨਹੀਂ। ਇਹ ਸ਼ਬਦ ਵਰਤੇ ਜਾਂਦੇ ਨੇ। ਜਾਂ ਕੋਈ ਇੱਕ ਥਾਂ ਤੇ ਬਹੁਤਾ ਚਿਰ ਬੈਠਾ ਰਹੇ, ਉਹਨੂੰ ਕਹਿੰਦੇ ਤੇਰੇ ਪੈਰ ਹੈਣ ਕਿ ਨਹੀਂ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੇਰੇ ਕੋਲ ਚੇਤਨਾ ਹੈ ਵੇ ਕਿ ਨਹੀਂ। ਚੇਤਨਾ ਹੈ ਤੇਰੇ ਕੋਲ ਚੇਤਾ ਕਰਨ ਦੀ ਸ਼ਕਤੀ। ਉਹਨੇ ਕਿਹਾ ਜੀ ਹੈ। ਜਿਹਨੂੰ ਕਿਹਾ ਸੀ, ਉਪਦੇਸ਼ ਦਿੱਤਾ ਸੀ, ਕਹਿਣ ਲੱਗਾ ਹੈ ਮੇਰੇ ਕੋਲ ਚੇਤਨਾ। ਹਜ਼ੂਰ ਨੇ ਕਿਹਾ ਫਿਰ ਕੀ ਚੇਤੇ ਕਰਨਾ ਸਾਰਾ ਦਿਨ, ਕਿਹੜੀਆਂ ਚੀਜ਼ਾਂ ਨੂੰ ਚੇਤੇ ਕਰਦਾ ਰਹਿਣਾ। ਕਹਿਣ ਲੱਗੇ ਜੀ ਇਹ ਤੇ ਕਦੀ ਸੋਚੇ ਨਹੀਂ, ਜਿਹੜੀ ਅੱਗੇ ਆਵੇ ਉਹੀ ਚੇਤਾ ਕਰੀ ਜੇ। ਚੇਤਨਾ ਇੱਕ ਐਸਾ ਦਰਵਾਜ਼ਾ ਹੈ ਬੰਦੇ ਦਾ, ਚੇਤਾ ਸ਼ਕਤੀ ਇੱਕ ਇਸ ਤਰ੍ਹਾਂ ਦਾ ਦੁਆਰ ਹੈ। ਸਾਧ ਸੰਗਤ, ਇਹ ਤਾਂ ਬੜਾ ਵੇਖਣ ਵਾਲੀ ਚੀਜ਼ ਹੈ। ਆਕਾਸ਼ ਵਿੱਚ ਹਨੇਰੀ ਚੜੇ, ਮਿੱਟੀ ਉੱਡੇ, ਤੇ ਅਸੀਂ ਕਹਿ ਦਿੰਦੇ ਹਾਂ ਦਰਵਾਜ਼ੇ ਬਾਰੀਆਂ ਬੰਦ ਕਰ ਦਿਓ, ਅੰਦਰ ਮਿੱਟੀ ਨਾਲ ਭਰਿਆ ਜਾਏਗਾ, ਹਨੇਰੀ ਆ ਗਈ। ਚੇਤਨਾ ਦਰਵਾਜ਼ਾ ਹੈ, ਚੇਤਨਾ ਬੂਹੇ ਬਾਰੀਆਂ ਨੇ ਬੰਦੇ ਦੀ, ਚੇਤਾ ਸ਼ਕਤੀ ਹੈ। ਕਹਿਣ ਲੱਗੇ ਸੰਸਾਰ ਵਿੱਚ ਹਨੇਰੀ ਆਵੇ ਤੇ ਬੰਦਾ ਦਰਵਾਜ਼ੇ ਬੰਦ ਕਰ ਲੈਂਦਾ, ਮਿੱਟੀ ਨਾ ਮੇਰੇ ਅੰਦਰ ਆਵੇ।
जे साफ हवा होवे ते असी खोल देने अंदर ताज़ा हो जाएगा, ताज़ी हवा आ जाएगी। पर साध संगत इसे तरह चेतना भी साडे जीवन चेता शक्ति दरवाजा है। ते गुरु साहब दस देंदे ने गुरसिखा, हुण बाहरों वेख हनेरी आ रही है, अपनी चेतना शक्ति का दरवाजा बंद कर दे, नहीं तो अंदर तेरे गंद भरिया जाना है। बाहरों हनेरी आ रही है, सामने वेख कुछ गलत शब्द आ रहे ने, कान बंद कर दे। कुछ गलत तस्वीर आ रही ने, अख बंद कर दे। जे तू ये दरवाजे बंद ना कीते ते फिर तेरा अंदरला दरवाजा कम नहीं करेगा। कबीर जी ने तां ही वचन कीते, कहन लगे मूंद लिए दरवाजे, दरवाजे मुंद ले, बूहे बारियां बंद कर ली। कबीर जी का शब्द। दरवाजे जिन्ना चिर दूजे बंद नहीं हुंदे, मत समझना कोई बाणी साडे जीवन विच आएगी। क्योंकि उधरों दरवाजा बंद होवे ते तां इधर खुले ना कुछ, वो तो बंद हो ही नहीं, वो तो रज के खोले। वो दरवाजे बंद कर, बंद का इत्थे मतलब है उन्हां दी लोड़ अनुसार वरतों कर, ध्यान दिओ। बंद का भाव यह है कि लोड़ जिन्नी है उन्ना वरत लै, एवें ना दिन रात खोली रखी। लोड़ पैंदा ते बंदा दरवाजा खोलदा, नाल ही लॉक कर दिंदा। पर आ जिंदगी दे दरवाजे ने, जिन्हों गुरु तेग बहादुर साहब कहंदे 9 द्वारे प्रगट किए। आ जिहड़े 9 दरवाजे प्रगट कीते ने, इन्हां दियां ते साध संगत ताकियां ही गल गईयां, कदे दी शौक खा गई। ये तो खोल ही दिते असी सारे। जो मर्जी वेखो, जो मर्जी सुनो, जिन्ना मर्जी खाओ, जो मर्जी बोलो, ਇਹਦੀਆਂ ਤੇ ਤਾਕੀਆਂ ਉੱਡ ਗਈਆਂ ਸਾਧ ਸੰਗਤ। बस जो आउंदा विच वड़ जांदा है। असी भी तैयार हाँ, साडी आदत ही बन गई। तो इसलिए साडा जिहड़ा घर है, जिवें किसी घर का दरवाजा ना होवे, साध संगत खिड़की ना लगी होवे, ओहदा घर कूड़े नाल लबालब भर जांदा है। साडी जिंदगी दुख नाल भरी इदों गई है। साडा जीवन साध संगत चिंता नाल ते होर चीज़ां नाल भरे ही तां गया है। असी अपने शरीर दे इन्हां दरवाजियां बारे कदी जाणे ही नहीं है कि कदों बंद करने ने, कदों खोलने ने। इन्हां दी वरतों गलत हो गई। इसलिए कबीर जी कहते मूंद लिए दरवाजे, मैं अपने दरवाजे ने जिहड़े जिंदगी दे, उन्हां दी वरतों करना। समय ते खोल भी लेना, इन्हें भी खोलदा नहीं हाँ, खुलदे जरूर ने, पर दिन रात नहीं। लोड़ पैण ते खोलना, लोड़ पैण ते बंद कर देना। बेनती कर रहा सी सतगुरु कहंदे जिवें तेरे कोल अखां ने, जिवें तेरे कोल कन है, मूँह है, इसे तरह तेरे कोल एक चेतना दा दरवाजा है। इस बच्चे नूं थोड़ा जिहा एक थां ते बिठा दिओ, एकाग्रता नहीं बनदी। सो आप जी फिर ध्यान जां इस नूं बाहर खेडण दिओ, इहने बहना नहीं, इत्थे बाहर फिरेगा। सो ये आप जी नूं ध्यान रखना चाहिए अपने मोबाइल फोन बच्चों नूं, सारिਆਂ नूं, क्योंकि तुसीं मेरे वल वेख रहे हो पर मेरा ध्यान फिर खिलरदा है जदों इधर उधर कुछ हुंदा है। एक बारी प्यार सहित फिर एकाग्रता बनाओ। चेतना है तो चेत लै, तेरे कोल जिहड़ी चेतना दा दरवाजा है ਉਹਨੂੰ तू खोल चंगी तरह। गुरु तेग बहादुर साहब पिता कहंदे, साहब कहंदे चेतना है तो चेत लै, तेरे कोल चेता शक्ति है ते सजना हुण चेता कर। किनू चेता करिए, किनू याद करिए? साहब कहंदे चेता ही तां चेत, साहिब सच्चा सो धनी। ओदा याद, ओदा सिमरन, ਉਹਨੂੰ ਕਰ ਚੇਤੇ। जे तू ਉਹਨੂੰ चेते ना किया तो जिन्हों गुरु साहब कह रहे सन, पुछया भी किनू किनू चेते करना है, उन्हें कहा जी पता ही नहीं, कदी किसी नूं चेते करीदा, कदी किसी नूं करीदा। हजूर कहंदे तैनूं पता नहीं, जिन्हां नूं तू चेते करदा रहना है तू उन्हां वर्गा ही हो जाएगा। उन्हां दा प्रभाव तेरे मन ते पैगा, उन्हां दा स्वरूप तेरे मन विच बन जाएगा। इस करके अपने चेते नूं रब नाल जोड़। चेता ही तां चेत, साहिब सच्चा सो धनी। तां सतगुरु गुरु तेग बहादुर साहब कहंदे चेतना है तो चेत लै,
निस दिन मैं प्राणी। निस ते दिन, निस कहंदे रात नूं। की असीं रात नूं भी चेता करने आ? जो कुछ असीं दिने चेता करने ਉਹ रात अपने आप चेते विच रहिंदा है। जो कुछ असीं सारा दिन चेते विच रखांगे, रात सुत्तियां ਉਹ अपने आप चेते विच रहेगा। इसलिए कहंदे निस दिन मैं प्राणी। महाराज कर लांगे चेता, कोई गल नहीं, वेखांगे, सुन लिया है, समझ लिया है, फिर करांगे। कहंदे नहीं, अगे बचन क्या कहंदे, छिन छिन औद बिहात है। वेख किन्ने साल ते लंघ भी गए, हुणे वापस ते होण नहीं लगा समा, उम्र वापस नहीं जाएगी। पहला केस नहीं सन, फिर उग पे, फिर काले उगे, फिर विच विच चिट्टे हो गए, फिर सारे चिट्टे हो गए। हुण दस इदू अगे रंग किहड़ा रह गया? काले तो चिट्टे होने, लाल ते होण नहीं लगे, इदू अगे ते दूसरे ही रंग। चिट्टा रंग इशारा कर रहा है, दस रहा है, जिहदे विच बाबा फरीद साहब कहंदे बड़े प्यारे बचन उन्होंने कीते। कहन लगे दाड़ी होई पूर, अगों नेड़ा आया पिछा रहा दूर। चिट्टे वाल बड़े, गुरु घर विच वैसे इस नूं ये धौले नहीं कहंदे, इनू हीरा कहंदे ने। जदों केस चिट्टा आ जाए ना, हीरा बड़ा कीमती है। हीरा कितना मुलवान है, बड़ा कीमती है। हीरे का मतलब है भी हुण तू जिन्ना तेनू समा संसार दा मिलिया सी, ओ ते तू चल लिया। हुण एक सिग्नल आ गया तेरे शरीर दे उत्ते, जिवें जदों साध संगत गड्डी दा टाइम होवे ना, भी इहने 2 लाख किलोमीटर चलना है, ते एक बत्ती हुंदी ओ जगन लग पैंदी भी हुण इहदा जिहड़ा वर्क टाइम सी समाप्त होण वाला है। चिट्टे आ गए, ये वखरी गल है, कोई पटाई जाए इसनूं, ये नहीं मिटणगे, ये खबर देंदे ने असीं। हुण जे किसी बंदे दी गड्डी विच खराबी आ जाए, वो साध संगत हथौड़ी लैके मीटर तोड़दा ते खराबी थोड़ी हटनी है। वो जिहड़ा सिग्नल दिता गड्डी दे विच मीटर लगा होया है, वो दसे भी तेरी गड्डी विच नुक्स पै गया, ये गर्म हो गई, ते बंदा करे मूर्खता, उस घड़ी नूं, उस मीटर नूं, उस बत्ती नूं तोड़ दे ते कवे जी बस मामला खत्म हो गया, गड्डी ठीक हो। गड्डी ठीक नहीं हुई, मीटर भन्न दिता असी। साध संगत चिट्टे केस काले करन नाल खतरा नहीं टलना, मीटर तोड़न नाल गड्डी ठीक नहीं होनी। ये ते गलती कर ली बड़ी वड्डी, ये ते भुल गया, चेता भुलाण दा यतन कीता। इस करके कहंदे ने एक रवायत है कि गुरु गोबिंद सिंह सच्चे पातशाह जी की उम्र सारी तो 42 साढ़े 42 साल की सी, तुसीं सुने, जवानी सी उम्र अजे। पर कोई शरीर इस तरह के होंदे ने, कुदरती काम ही इन्नी तेजी नाल कीता कि कहंदे ने आनंदपुर साहिब रहिंदियां ही किते सतगुरां नूं एक चिट्टा केस आ गया दाड़े विच। 1-2 केस ये ते लिखिया भी किते मिलदा भी जदों सतगुरां ने हजूर साहब की धरती ते शरीर का त्याग किया सी जां संकोचिया सी, कुछ भी कीता है, तो उदों थोड़े जिहे केस विच सफैद सन किते किते इस उम्र विच भी। तां वो किते पहला आनंदपुर साहिब की घटना है, किते एक केस चिट्टा आ गया ते सतगुरां ने वेख्या, माता जी ने वेख्या, माता गुजरी जी ने वेख्या ते दस्या, लाल जी केस चिट्टा आ गया तुहाडे दाड़े विच। सतगुरां ने हथ नाल फड़ के बड़े प्यार नाल वेख्या, बड़े खुश होए। ये नहीं भी दुख कीता भी ये की होया, जवानी चली जाण वाली है, खतरा नहीं। तुसीं किसी बंदे नूं कह दिओ आम बई तेरे केस चिट्टे हो गए, तू तो बुढ़ा हो गया, भावें बाहरों ते रोकी रखेगा, उहदियां चेहरा अखा दस देगा मायूस हो गया,
ਇਹ ਤੇ ਗਿਆ ਸਾਰਾ ਕੁਝ, ਫੜਿਆ ਹੋਇਆ ਉਸ ਨੂੰ। ਇਸ ਲਈ ਜਿਸ ਬੰਦੇ ਨੂੰ ਪੁੱਛੋ 5-7 ਸਾਲ ਉਮਰ ਆਪਣੀ ਘੱਟ ਹੀ ਦੱਸਦਾ ਹੈ ਵੀ ਅਜੇ ਤੇ ਇੰਨੀ ਕੋਈ ਗੱਲ ਨਹੀਂ, ਖੈਰ ਮੇਰੇ ਚੱਲ ਜਾਏਗਾ ਕੰਮ, ਅਜੇ ਨਹੀਂ ਕੁਝ ਹੁੰਦਾ, ਮੌਤ ਤੋਂ ਡਰ ਹੈ। ਘੱਟ ਦੱਸੇਗਾ ਪੈਮਾਨਾ, ਬਹੁਤ ਘੱਟ ਦੱਸੇਗਾ ਉਮਰ, ਡਰਿਆ ਹੋਇਆ ਹੈ ਕਿਤੇ ਉਮਰ ਅੱਗੇ ਨਾ ਚਲੀ ਜਾਏ। ਪਰ ਸਤਿਗੁਰਾਂ ਨੇ ਜਦੋਂ ਕੇਸ ਵੇਖਿਆ ਤੇ ਕਹਿੰਦੇ ਨੇ ਉਸ ਦਿਨ ਹਜ਼ੂਰ ਨੇ ਖੁੱਲੀ ਦੇਗ ਬਣਵਾ ਕੇ ਵਰਤਾਈ ਖੁਸ਼ੀ ਵਿੱਚ ਵੀ ਇੱਕ ਕੇਸ ਚਿੱਟਾ ਆਇਆ ਹੈ, ਇੱਕ ਕੇਸ ਚਿੱਟਾ ਆ ਗਿਆ, ਬੁਢੇਪਾ ਆ ਗਿਆ। ਇਹ ਤੇ ਗੁਰੂ ਦਾ ਸੁਭਾਅ ਹੈ, ਆਪਾਂ ਕਿਹੜੇ ਤਰਲੇ ਲੈਂਦੇ ਫਿਰਨੇ ਆ ਜੇ ਵੀ। ਗੁਰੂ ਦਾ ਸੁਭਾਅ ਹੈ, ਜੇ ਤੂੰ ਚਿੱਟਾ ਕੇਸ ਹੀ ਪ੍ਰਵਾਨ ਨਹੀਂ ਕਰ ਸਕਿਆ, ਹੋਰ ਕਿਹੜਾ ਹੁਕਮ ਮੰਨੇਗਾ, ਹੋਰ ਕਿਹੜੇ ਭਾਣੇ ਵਿੱਚ ਜੀਏਗਾ, ਕੀ ਕਰੇਗਾ ਜ਼ਿੰਦਗੀ ਦੇ ਵਿੱਚ। ਇਹਨੂੰ ਛੋਟੇ ਜਿਹੇ ਕੰਮ ਨੂੰ ਨਹੀਂ ਕਰ ਸਕਿਆ, ਗੱਲਾਂ ਤੂੰ ਬ੍ਰਹਮ ਗਿਆਨ ਦੀਆਂ ਕਰਨਾ, ਗੱਲਾਂ ਬਹੁਤ ਵੱਡੀਆਂ ਕਰਨਾ। ਉਹ ਤੇ ਗੱਲ ਬੜੀ ਆਖਰੀ ਏ, ਉੱਥੇ ਤਾਂ ਜਾ ਕੇ ਬੰਦੇ ਨੂੰ ਆਪ ਕਹਿ ਲਓ ਮਰਨਾ ਪੈਂਦਾ ਹੈ ਤੇ ਤਾਂ ਉਹ ਜ਼ਿੰਦਗੀ ਸ਼ੁਰੂ ਹੁੰਦੀ ਹੈ। ਮਰਨ ਤੋਂ ਬਾਅਦ ਉੱਥੇ ਸ਼ੁਰੂਆਤ ਹੁੰਦੀ ਏ। ਅਜੇ ਤੇ ਅਸੀਂ ਬਿਲਕੁਲ ਛੋਟਾ ਜਿਹਾ ਸਟੈਪ ਲੈਣ ਜੋਗੇ ਨਹੀਂ ਹੋਏ। ਇਹ ਤੇ ਸਾਧ ਸੰਗਤ ਕੇਵਲ ਸਵਾਦ ਲੈਂਦਾ ਬੰਦਾ, ਸਮਾਧੀ ਕਿਵੇਂ ਲੱਗਦੀ, ਧਿਆਨ ਕਿਵੇਂ ਲੱਗਦਾ, ਗੱਲ ਕੋਈ ਨਹੀਂ ਵੱਡੀ। ਸਾਧ ਸੰਗਤ ਹਜ਼ੂਰ ਨੇ ਕਿਹਾ ਮਰਨ ਵਾਸਤੇ ਤਿਆਰ ਹੋ, ਅੰਦਰੋਂ ਆਪਣਾ ਆਪ ਸੌਂਪਣ ਲਈ ਤਿਆਰ ਹੋ, ਅਗਲੀ ਦੁਨੀਆ ਤੇਰੇ ਸਾਹਮਣੇ ਆ ਜਾਏਗੀ, ਉਸ ਤੋਂ ਪਹਿਲਾਂ ਨਹੀਂ। ਇਸ ਕਰਕੇ ਬੇਨਤੀ ਕਰ ਰਿਹਾ ਸੀ ਕਿ ਇਹ ਅਵਸਥਾ ਸਰੀਰ ਦੀ, ਸਤਿਗੁਰੂ ਦੇ ਬਚਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਵਿਹਾਤ ਹੈ। ਫੂਟੇ ਘਟ ਜਿਉਂ ਪਾਣੀ ਘਟ ਕਹਿੰਦੇ ਨੇ ਘੜੇ ਨੂੰ। ਫੂਟੇ ਦਾ ਅਰਥ ਜਿਸ ਘੜੇ ਨੂੰ ਤੇੜ ਆ ਜਾਏ ਉਹਦੇ ਵਿੱਚੋਂ ਪਾਣੀ ਦੀ ਇੱਕ ਇੱਕ ਬੂੰਦ ਕਰਕੇ ਨਿਕਲ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਇਸ ਸਰੀਰ ਦੇ ਵਿੱਚ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਤੁਹਾਡੇ ਨਾਲ ਕਿ ਸਾਨੂੰ ਇੱਕ ਧਨ ਦੇ ਕੇ ਸਵਾਸਾਂ ਦਾ ਭੇਜਿਆ, ਨਿਕਲੀ ਜਾਂਦੇ ਨੇ ਨਾਲੋਂ ਨਾਲ, ਉਹਦੇ ਨਾਲ ਅਸੀਂ ਵਿਹਾਂਜਣਾ ਸੀ, ਪਰਮਾਤਮਾ ਦਾ ਨਾਮ ਸਿਮਰਨ ਕਰਨਾ ਸੀ, ਸਵਾਸ ਸਵਾਸ ਜੁੜਨਾ ਸੀ ਉਹਦੇ ਨਾਲ। ਇੱਥੇ ਆ ਕੇ ਜਿਵੇਂ ਸ਼ੁਰੂ ਵਿੱਚ ਕਿਹਾ ਸੀ ਕਿ ਭੁੱਲ ਗਏ, ਬਾਜ਼ਾਰ ਵਿੱਚ ਲੈਣ ਆਏ ਸੀ ਹੋਰ, ਖਰੀਦਣ ਲੱਗ ਪਏ ਹੋਰ, ਸਵਾਸਾਂ ਨਾਲ ਜਪਣਾ ਸੀ ਨਾਮ, ਪਰ ਕਰਨ ਕੀ ਲੱਗੇ। ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੋਏ ਬਚਨ ਕਹਿੰਦੇ ਨੇ, ਸਾਹਿਬ ਕਹਿੰਦੇ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਦਮਾ ਦਮ ਦਾ ਅਰਥ ਇੱਕ ਇੱਕ ਦਮ ਦੇ ਨਾਲ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਸੋ ਪ੍ਰਭ ਚਿਤ ਨਾ ਆਵਈ, ਨਾਨਕ ਨਹੀਂ ਕਰਮ। ਸਵਾਸ ਮਾਇਆ ਵਿੱਚ ਲੱਗ ਗਏ, ਘਾਟਾ ਪੈਂਦਾ ਤੇ ਸਵਾਸ ਹੀ ਅੱਗੇ ਪਿੱਛੇ ਹੋਣ ਲੱਗ ਪੈਂਦੇ ਨੇ, ਨਿਕਲਦੀ ਹੈ ਤੇ ਸਵਾਸ ਹਿੱਲ ਜਾਂਦੇ ਨੇ। ਉਹ ਇੱਕ ਇੱਕ ਸਵਾਸ ਉਹਦੇ ਵਿੱਚ ਖੁੱਭ ਗਿਆ। ਸਰੀਰ ਲੱਗਾ ਰਹਿੰਦਾ ਮਾਇਆ ਵਿੱਚ, ਪਾਪ ਨਹੀਂ। ਸਰੀਰ ਬਣਿਆ ਹੀ ਤੇ ਮਾਇਆ ਵਿੱਚੋਂ ਹੈ। ਬੰਦੇ ਦਾ ਅੱਧਾ ਹਿੱਸਾ ਪਦਾਰਥ ਹੈ, ਮਟੀਰੀਅਲ ਹੈ, ਸੰਸਾਰ ਵਿੱਚੋਂ ਬਣਿਆ। ਅਕਾਲੀ ਸ਼ਲੋਕ ਆਉਣਗੇ, 5 ਤੱਤ ਕੋ ਤਨ ਰਚਿਓ। ਇੱਥੋਂ ਬਣਿਆ ਨਾ, ਇੱਥੇ ਲੱਗੇ, ਇੱਥੋਂ ਦਾ ਭੋਜਨ ਖਾਏ। ਪਰ ਹਜ਼ੂਰ ਕਹਿੰਦੇ ਨੇ ਵੇਖ, ਇਹਦੇ ਵਿੱਚ ਜਿਹੜਾ ਅੰਦਰਲਾ ਮਨ ਹੈ ਉਹ ਇੱਥੋਂ ਨਹੀਂ ਬਣਿਆ, ਉਹ ਰੱਬ ਦੇ ਘਰੋਂ ਆਇਆ। ਇੱਥੋਂ ਵਾਲੇ ਨੂੰ ਇੱਥੋਂ ਲਾ ਤੇ ਉੱਥੋਂ ਵਾਲੇ ਨੂੰ ਉੱਥੇ ਜੋੜ ਦੇ। ਇਹ ਹੈ ਜੁਗਤ ਸਿੱਖੀ ਦੀ ਸਿਖਾਈ ਜੋ ਸਤਿਗੁਰਾਂ ਨੇ। ਇਹ ਹੈ ਸੰਪੂਰਨ ਗੁਰਸਿੱਖ ਦਾ ਜੀਵਨ, ਜਿਹਦਾ ਸਰੀਰ ਸੰਸਾਰ ਵਿੱਚ ਰਹਿਣ ਲੱਗ ਪੈਂਦਾ ਹੈ, ਜਿਹਦਾ ਮਨ ਨਾਮ ਵਿੱਚ ਰਹਿਣ ਲੱਗ ਪੈਂਦਾ। 2 ਹਿੱਸੇ ਹੋ ਜਾਂਦੇ ਨੇ ਜ਼ਿੰਦਗੀ ਦੇ। ਮਨਮੁਖ ਦੀ ਵੀ ਜ਼ਿੰਦਗੀ ਦੇ 2 ਹਿੱਸੇ ਨੇ। ਉਹਦੇ ਵੀ ਅੰਦਰ ਕੁਝ ਹੁੰਦਾ ਹੈ ਤੇ ਬਾਹਰ ਕੁਝ ਹੁੰਦਾ ਹੈ। ਅੰਦਰ ਕੁਝ ਹੋਰ, ਅੰਦਰ ਝੂਠ ਤੇ ਬਾਹਰ ਸੱਚ ਹੈਣ। ਗੁਰਮੁਖ ਦੇ ਵੀ 2 ਹਿੱਸੇ। ਉਹ ਬਾਹਰੋਂ ਥੋੜਾ ਜਿਹਾ ਸੰਸਾਰ ਨਾਲ ਜੁੜਿਆ ਰਹਿੰਦਾ, ਅੰਦਰੋਂ ਕਿਤੇ ਹੋਰ ਰਹਿੰਦਾ ਹੈ। ਅੰਦਰਲੀ ਦੁਨੀਆ ਹੀ ਉਹਦੀ ਵੱਖਰੀ ਹੈ, ਉਹ ਇੱਥੇ ਹੈ ਹੀ ਨਹੀਂ। ਲੋੜ ਪੈਣ ਤੇ ਇੱਥੇ ਥੋੜਾ ਜਿਹਾ, ਕਿਉਂਕਿ ਸਾਧ ਸੰਗਤ ਬੰਦੇ ਦੇ ਜੀਵਨ ਦੀ ਕੈਪੈਸਿਟੀ ਬਹੁਤ ਜ਼ਿਆਦਾ ਹੈ। ਉਹ ਇੱਕੋ ਵਕਤ ਕਈ ਥਾਵਾਂ ਤੇ ਕੰਮ ਕਰ ਸਕਦਾ।
ਇੱਕੋ ਵਕਤ, ਅਜੇ ਤੇ ਅਸੀਂ ਸਾਰੀ ਜ਼ਿੰਦਗੀ ਨੂੰ ਚਲਾਇਆ ਹੀ ਨਹੀਂ। ਇਸ ਕਰਕੇ ਕਹਿੰਦੇ ਸਮਾਂ ਬੜਾ ਕੀਮਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ, ਫੂਟੇ ਘਟ ਜਿਉਂ ਪਾਣੀ, ਜਿਵੇਂ ਟੁੱਟੇ ਹੋਏ ਘੜੇ ਦਾ ਪਾਣੀ ਨਿਕਲਦਾ ਜਾਂਦਾ ਹੈ ਤੇ ਉਹ ਖਤਮ ਹੋ ਜਾਂਦਾ ਹੈ, ਉਹਨੂੰ ਤੇੜ ਆ ਜਾਂਦੀ। ਉਹ ਤੇ ਚਲੋ 4 ਦਿਨ ਖਲੋ ਕੇ ਤੇੜ ਆਈ, ਪਾਣੀ ਖਤਮ ਹੋ ਗਿਆ। ਬੰਦਾ ਤੇ ਜਿੱਦਣ ਜਨਮ ਲੈਂਦਾ ਹੈ, ਸਰੀਰ ਦੇ ਘੜੇ ਨੂੰ ਪਹਿਲੇ ਦਿਨ ਹੀ ਤੇੜ ਆ ਜਾਂਦੀ ਹੈ। ਇੱਕ ਇੱਕ ਬੂੰਦ ਜੀਵਨ ਦੀ ਬਾਹਰ ਡਿੱਗਣ ਲੱਗ ਪੈਂਦੀ, ਸਵਾਸ ਪਹਿਲੇ ਦਿਨ ਹੀ ਆਉਣ ਲੱਗ ਪੈਂਦੇ। ਅੰਦਰ ਦਾ ਧਨ ਜਿਹਦੇ ਨਾਲ ਨਾਮ ਵਿਹਾਜਣਾ ਸੀ, ਸਾਰੇ ਨਹੀਂ ਇੱਕੋ ਜਿਹੇ, ਉਹ ਵੀ ਇਸ ਧਰਤੀ ਤੇ ਨੇ, ਜਿਨ੍ਹਾਂ ਨੂੰ ਸਾਹਿਬ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉਹਨਾਂ ਨੇ ਇਸ ਧਨ ਨਾਲ ਨਾਮ ਖਰੀਦ ਲਿਆ, ਅੰਦਰ ਵਣਜ ਕਰ ਲਿਆ, ਅੰਦਰ ਉਹਨਾਂ ਦਾ ਟਿਕ ਗਿਆ, ਉਹਨਾਂ ਦਾ ਜੀਵਨ ਪ੍ਰਵਾਨ ਹੋ ਗਿਆ। ਤੇ ਜਦੋਂ ਸਤਿਗੁਰਾਂ ਨੇ ਚੇਤਨਾ ਵਾਲੇ ਨੂੰ ਸਮਝਾਇਆ ਵੀ ਚੇਤਨਾ ਦੇ ਨਾਲ ਚੇਤਾ ਕਰ, ਫਿਰ ਉਹਨੇ ਕਿਹਾ ਕਿ ਮਹਾਰਾਜ ਕੋਈ ਗੱਲ ਨਹੀਂ, ਕਰ ਲਾਂਗੇ, ਠਹਿਰ ਕੇ ਵੇਖ ਲਵਾਂਗੇ, ਕਰਾਂਗੇ। ਤੇ ਸਤਿਗੁਰੂ ਨੇ ਇੱਕ ਬਚਨ ਕਿਹਾ, ਕਹਿੰਦੇ ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕੈ ਨੈ ਮਰਨ ਪਛਾਨਾ। ਪਹਿਲਾਂ ਤੇ ਬੰਦਾ ਮੰਨਦਾ ਨਹੀਂ। ਵੇਖੋ ਬਹਾਨੇਬਾਜ਼ੀ ਕਿੱਡੀ ਵੱਡੀ। ਜਦੋਂ ਜਵਾਨੀ, ਉਦੋਂ ਬਹਾਨਾ ਵੀ ਕੋਈ ਨਹੀਂ, ਅਜੇ ਤਾਂ ਹੈ ਵਕਤ। ਤੇ ਜਦੋਂ ਬੁਢੇਪਾ ਆ ਗਿਆ, ਉਦੋਂ ਕਹਿੰਦਾ ਜੀ ਹੁਣ ਕਰੀਏ ਕੀ, ਹੁਣ ਤੇ ਕਰ ਹੀ ਨਹੀਂ ਸਕਦੇ। ਹਜ਼ੂਰ ਦੇ ਘਰ ਵਿੱਚ ਇੱਕ ਆਸ ਹੈ। ਸਤਿਗੁਰੂ ਕਦੀ ਕਿਸੇ ਨੂੰ ਨਹੀਂ ਕਹਿੰਦੇ ਕਿ ਤੂੰ ਗਿਆ ਗੁਜ਼ਰਿਆ, ਹੁਣ ਨਹੀਂ ਤੂੰ ਕੁਝ ਕਰ ਸਕਦਾ। ਇਹ ਕਦੀ ਕਿਹਾ ਹੀ ਨਹੀਂ ਕਿਸੇ ਨੂੰ। ਸਾਧ ਸੰਗਤ ਗੁਰੂ ਤੇ 5 ਮਿੰਟ ਬੰਦੇ ਦੀ ਮੌਤ ਤੋਂ ਪਹਿਲਾਂ ਵੀ ਨਹੀਂ ਕਹਿਣਗੇ ਵੀ ਅਜੇ ਤੂੰ ਕੁਝ ਨਹੀਂ ਕਰ ਸਕਦਾ, ਫਿਰ ਵੀ ਕਹਿਣਗੇ ਹੋ ਸਕਦਾ ਹੈ। ਕਿਉਂਕਿ ਜੇ ਉਸ 5 ਮਿੰਟਾਂ ਦੇ ਵਿੱਚ ਵੀ ਕਿਤੇ ਪਿਆਰ ਜਾਗ ਪਿਆ ਤੇ ਸਮਝ ਲਓ ਕਿ ਬੀਜ ਤੇ ਬੀਜਿਆ ਗਿਆ ਨਾ, ਬੀਜ ਬੀਜਿਆ ਗਿਆ, ਕਦੀ ਉੱਗ ਪਏਗਾ। ਅਸੀਂ ਕਈ ਵਾਰੀ ਕਹਿੰਦੇ ਹਾਂ ਇਹ ਠੀਕ ਹੈ, ਇਹ ਵੀ ਸਤਿਗੁਰਾਂ ਨੇ ਕਿਹਾ ਵੀ ਤੂੰ ਯਤਨ ਕਰ, ਧਰਮ ਦੇ ਮਾਰਗ ਤੇ ਐਵੇਂ ਬੈਠ ਕੇ ਸਮਾਂ ਨਾ ਗੁਜ਼ਾਰ। ਇਹ ਇੱਕ ਹਿੱਸਾ ਹੈ ਗਿਆਨ ਦਾ, ਪਰ ਸਾਧ ਸੰਗਤ ਦੂਜਾ ਹਿੱਸਾ ਇਹ ਹੈ ਜੇ ਕੁਝ ਵੀ ਨਾ ਕੀਤਾ ਆ ਹੀ ਗਏ। ਇਹ ਬੀਜ ਸ਼ਬਦ ਕੰਨਾਂ ਵਿੱਚ ਪਏ ਨੇ, ਅੱਜ ਨਹੀਂ ਤੇ ਕੱਲ ਸਮਾਂ ਪਾ ਕੇ ਇਹਨਾਂ ਨੇ ਜ਼ਰੂਰ ਉਗਣਾ ਹੈ। ਇਹ ਨਹੀਂ ਕਿ ਖਤਮ ਹੋ ਜਾਣਗੇ, ਜ਼ਰੂਰ ਉਗਣਗੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕਿਸੇ ਨੇ ਕਿਹਾ ਹੁਣ ਤਾਂ ਕੋਈ ਕਰ ਹੀ ਨਹੀਂ ਸਕਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਇਸੇ ਸ਼ਬਦ ਵਿੱਚ ਕਹਿੰਦੇ ਅਜ ਹੂੰ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ, ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ, ਅਜੇ ਵੀ ਤੇਰੇ ਕੋਲ ਵਕਤ ਹੈ। ਅਜ ਹੂੰ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਉਹਦੀ ਬੰਦਗੀ ਦੇ ਵਿੱਚੋਂ ਨਿਰਭੈਤਾ ਦਾ ਇੱਕ ਫਲ ਪ੍ਰਾਪਤ ਹੁੰਦਾ ਹੈ। ਮੈਂ ਗੱਲ ਕਰ ਰਿਹਾ ਸੀ, ਇੱਕ ਸ਼ਬਦ ਵਰਤਿਆ ਇਹਨਾਂ 9 ਤੇ 10 ਨੰਬਰ ਸ਼ਲੋਕਾਂ ਵਿੱਚ, ਗਤ 2 ਵਾਰੀ ਆਇਆ ਹੈ ਤੇ ਗਤੀ ਦੇ ਅਰਥ ਨੇ ਚਾਲ। ਕਹਿਣ ਤੋਂ ਭਾਵ ਅਸੋਂ ਜਦੋਂ ਜਨਮ ਲਿਆ ਤੇ ਕਿਤੇ ਪਹੁੰਚਣਾ ਹੈ ਮੌਤ ਤੋਂ ਪਹਿਲਾਂ ਪਹਿਲਾਂ, ਜਨਮ ਲਿਆ ਤੇ ਮੌਤ ਤੋਂ ਪਹਿਲਾਂ ਪਹਿਲਾਂ ਨਾਮ ਤੱਕ ਪਹੁੰਚਣਾ ਹੈ। ਸਾਡੇ ਅੰਦਰ ਪਾ ਕੇ ਭੇਜਿਆ, ਅਸੀਂ ਬਾਹਰੋਂ ਜਪਣਾ ਤੇ ਪ੍ਰਗਟ ਕਰ ਲੈਣਾ। ਜੇ ਤੇ ਉਹਦੇ ਤੱਕ ਪਹੁੰਚ ਗਏ ਤੇ ਸਾਧ ਸੰਗਤ ਗਤੀ ਹੋ ਗਈ, ਫਿਰ ਤੇ ਮੰਜ਼ਿਲ ਤੇ ਚਲੇ ਗਏ, ਮਾਰਗ ਦੀ ਵਰਤੋਂ ਕਰ ਲਈ। ਤੇ ਜੇ ਰਾਹ ਵਿੱਚ ਹੀ ਰਹਿ ਗਏ, ਹੋਰ ਚੀਜ਼ਾਂ ਵਿੱਚ ਫਸਦੇ ਗਏ, ਰਾਹ ਵਿੱਚ ਹੀ ਘਰ ਬਣਾ ਕੇ ਬੈਠ ਗਏ, ਫਿਰ ਜਦੋਂ ਮੌਤ ਆਈ ਉਹਨਾਂ ਵੇਖ ਲਿਆ ਵੀ ਇਹ ਤੇ ਰਾਹੀ ਹੈ, ਇਹਦਾ ਤੇ ਘਰ ਕੋਈ ਨਹੀਂ, ਬੇਘਰ ਹੈ। ਫਿਰ ਉਹਨੂੰ ਜਿਵੇਂ ਦੀ ਵਾਸ਼ਨਾ ਸੀ ਉਵੇਂ ਦੇ ਜੀਵਨ, ਉਵੇਂ ਦੀਆਂ ਜੂਨਾਂ ਨਵੀਆਂ ਵੀ ਬਣਦੀਆਂ ਰਹਿੰਦੀਆਂ ਨੇ ਕੁਦਰਤ ਵਿੱਚ, ਜ਼ਰੂਰੀ ਨੇ ਜਿੰਨੀਆਂ ਬਣੀਆਂ ਨੇ। ਇਹ ਬੜਾ ਉਹਦਾ ਲੰਮਾ ਚੌੜਾ ਪਸਾਰਾ ਹੈ। ਜੇ ਹੀ ਸੁਰਤ ਤੇ ਹੀ ਰਾਹ ਜਾਏ, ਜਿਵੇਂ ਦੀ ਸੁਰਤ ਬਣਦੀ ਏ ਸਰੀਰ ਬਾਅਦ ਵਿੱਚ ਉਸ ਤਰ੍ਹਾਂ ਦਾ ਹੀ ਬਣਦਾ। ਜਿਵੇਂ ਦਾ ਸਾਡਾ ਅੰਦਰਲਾ ਢਾਂਚਾ ਹੈ
ਉਹਨੂੰ ਉਵੇਂ ਦੀ ਦੇਹ ਚਾਹੀਦੀ ਹੈ। ਦੇਹ ਨਹੀਂ ਮਿਲਦੀ ਬਹੁਤੇ ਲੋਕਾਂ ਨੂੰ, ਜਿਹੜੇ ਬਹੁਤੇ ਮਾੜੇ ਨੇ ਉਹਨਾਂ ਨੂੰ ਵੀ ਨਹੀਂ ਮਿਲਦੀ, ਜਿਹੜੇ ਬਹੁਤੇ ਉੱਚੇ ਨੇ ਉਹਨਾਂ ਨੂੰ ਵੀ ਬੜੀ ਘੱਟ ਮਿਲਦੀ ਹੈ। ਦੋਵਾਂ ਨੂੰ ਬੜੀ ਵੱਡੀ ਇਹ ਰੁਕਾਵਟ ਆਉਂਦੀ ਦੇਹ ਪ੍ਰਾਪਤ ਕਰਨ ਵਿੱਚ। ਆ ਜਿਹੜਾ ਆਮ ਪ੍ਰਸ਼ਾਦੇ ਛਕਣ ਵਾਲਾ ਮਹਿਕਮਾ ਤੇ ਰੋਜ਼ ਜੰਮਦਾ ਤੇ ਰੋਜ਼ ਹੀ ਮਰਦਾ ਰਹਿੰਦਾ, ਕਿਉਂਕਿ ਦੇਹਾਂ ਬੜੀਆਂ ਨੇ, ਇਸ ਤਰ੍ਹਾਂ ਦੇ ਬਹੁਤ ਮਿਲ ਜਾਂਦੇ ਨੇ, ਬਾਕੀਆਂ ਨੂੰ ਦੇਹ ਨਹੀਂ ਮਿਲਦੀ। ਇਸ ਕਰਕੇ ਕਹਿੰਦੇ ਗਤੀ ਨੂੰ ਪ੍ਰਾਪਤ ਤਾਂ ਕਰੀਦਾ ਜੇ ਨਾਮ ਜਪੀਏ, ਗੁਰੂ ਦੇ ਹੁਕਮ ਵਿੱਚ ਤੁਰੀਏ। ਜਦੋਂ ਨਾਮ ਨਾਲ ਜੁੜਾਂਗੇ ਤੇ ਅਸੀਂ ਉਸ ਮਾਰਗ ਤੇ ਅਗਰਸਰ ਹੋ ਪਾਵਾਂਗੇ, ਤੁਰਦੇ ਜਾਵਾਂਗੇ। ਉਸ ਰਾਹ ਤੇ ਸਾਡੀ ਸੁਰਤ ਤੁਰੇਗੀ, ਸਰੀਰ ਨੇ ਨਹੀਂ ਜਾਣਾ। ਖਿਆਲ ਰੱਖਣਾ, ਸਾਨੂੰ ਜੋ ਕੁਝ ਸਮਝਾਇਆ ਗਿਆ ਨਾ ਉਹ ਧਰਮ ਨਹੀਂ ਹੁੰਦਾ ਬਹੁਤੀ ਵਾਰੀ। ਕਬੀਰ ਜੀ ਇੱਕ ਥਾਂ ਤੇ ਕਹਿੰਦੇ ਨੇ ਪੰਡਤ ਨੂੰ, ਕਹਿੰਦੇ ਇੰਨੇ ਲੋਕਾਂ ਨੂੰ ਪਿੱਛੇ ਲਾਈ ਫਿਰਨਾ, ਇਹਨਾਂ ਨੂੰ ਕੋਈ ਰਾਹ ਵੀ ਦੱਸ ਦੇ ਕਿੱਧਰ ਜਾਣਾ ਹੈ, ਇਹਨਾਂ ਨੂੰ ਕੋਈ ਕੰਢਾ ਵੀ ਦਿਖਾ ਵੀ ਕਿੱਧਰ ਹੈ ਗੱਲ, ਕੀ ਹੈ ਸਫ਼ਰ, ਕੀ ਹੈ ਮੰਜ਼ਿਲ, ਕਿੱਧਰ ਜਾਣਾ ਹੈ। ਬਸ ਵਿੱਚੇ ਵਿੱਚ ਆਪ ਵੀ ਤੂੰ ਆਪ ਡੁੱਬੇ ਚੌਬੇਦ ਮੈਂ ਚੇਲੇ ਦੀਏ ਬਹਾਏ। ਆਪ ਤੂੰ ਆ ਡੁੱਬਾ, ਇਹਨਾਂ ਨੂੰ ਵੀ ਡੋਬ ਦਿੱਤਾ। ਕਬਹੂ ਨਾ ਪਾਰ ਉਤਾਰ ਚਰਾਇਓ, ਤੂੰ ਕਦੀ ਇਹਨਾਂ ਨੂੰ ਰਾਹ ਨਹੀਂ ਦੱਸਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਗੁਰੂ ਸਾਹਿਬ ਨੇ ਸਾਨੂੰ ਰਾਹ ਦੱਸਿਆ। ਜਿੰਨਾ ਚਿਰ ਤੇਰੀ ਜ਼ਿੰਦਗੀ ਦਾ ਟਿਕਾਣਾ ਨਾਮ ਦੇ ਵਿੱਚ ਤੇਰੀ ਜ਼ਿੰਦਗੀ ਸਮਾਪਤ ਨਹੀਂ ਹੋ ਜਾਂਦੀ, ਉਹਦਾ ਰੂਪ ਨਹੀਂ ਹੋ ਜਾਂਦਾ, ਉਹਨਾਂ ਚਿਰ ਤੂੰ ਕਦੀ ਸਫ਼ਰ ਵਿੱਚੋਂ ਪਿੱਛੇ ਨਾ ਹਟੀ, ਤੁਰਦਾ ਜਾਈਂ, ਲੰਘਦਾ ਜਾਈਂ। ਕਿਤੇ ਪਹਿਲਾਂ ਹੀ ਸਮਝੌਤਾ ਕਰ ਲੈ, ਹੋ ਗਈ ਕਿਰਪਾ, ਹੋ ਗਈ ਰਹਿਮਤ, ਆ ਗਏ 4 ਅੱਖਰ, ਉਹਨਾਂ ਨੂੰ ਫੜ ਲਿਆ। ਕਿਸੇ ਨੇ ਫੜ ਲਿਆ 4 ਪਲਾਟਾਂ ਨੂੰ, ਕਿਸੇ ਨੇ ਫੜ ਲਿਆ 4 ਏਕੜ ਜ਼ਮੀਨ ਨੂੰ, ਕਿਸੇ ਨੇ ਫੜ ਲਿਆ ਅਹੁਦੇ ਨੂੰ, ਕਿਸੇ ਨੇ ਫੜ ਲਿਆ ਗਿਆਨ ਨੂੰ, ਕਿਸੇ ਨੇ ਫੜ ਲਿਆ ਧਿਆਨ ਨੂੰ। ਰੱਬ ਦੀ ਤੇ ਗੱਲ ਹੀ ਨਿਕਲ ਗਈ ਵਿੱਚੋਂ, ਗੱਲ ਤੇ ਵਿੱਚ ਹੀ ਅੜ ਗਈ। ਕਿਸੇ ਨੇ ਫੜ ਲਿਆ ਰੰਗ ਬਰੰਗੇ ਕੱਪੜਿਆਂ ਨੂੰ, ਕਿਹਾ ਵੀ ਆਹ ਹੀ ਇਹ ਧਰਮ। ਸਭ ਰਾਹ ਵਿੱਚ ਅਟਕਿਆ ਹੋਇਆ, ਮੰਜ਼ਿਲ ਕੋਈ ਹੋਰ ਹੈ। ਇਹ ਤਾਂ ਉੱਥੇ ਪਤਾ ਲੱਗੇ ਸਾਧ ਸੰਗਤ ਜਦੋਂ ਤੋਲਿਆ ਜਾਏਗਾ ਆਪਣੇ ਆਪ ਤੇ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਹੈ, ਸਭ ਕਹਤੇ ਹੈ ਪਾਇਆ, ਘਾਟ ਨਾ ਕਿਸੇ ਹੀ ਕਹਾਇਆ। ਕਿਸੇ ਨੇ ਘੱਟ ਤੇ ਕਿਸੇ ਨੇ ਕਿਹਾ ਹੀ ਨਹੀਂ ਵੀ ਮੈਂ ਘਾਟਾਂ। ਬਸ ਜਿਹਨੂੰ ਫੋੜ ਕੇ ਵੇਖੋ ਕੋਈ ਵਿਰਲਾ ਹੀ ਇਹਨੇ, ਤੇ ਅਗਲਾ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮੇਰੇ ਕੋਲ ਹੀ ਰਹਿੰਦਾ, ਬਸ ਬਾਕੀਆਂ ਦਾ ਪਤਾ ਨਹੀਂ। ਘੱਟ ਨਹੀਂ ਕਹਿਣਾ ਚਾਹੁੰਦਾ ਬੰਦਾ, ਕੋਈ ਆਪਣੇ ਆਪ ਦੇ ਉੱਤੇ ਵਿਚਾਰ ਕਰਨ ਲਈ ਤਿਆਰ ਨਹੀਂ ਕਿ ਮੈਂ ਕਿਸੇ ਰਾਹ ਵਿੱਚ ਖੜਾ। ਸਤਿਗੁਰੂ ਨੇ ਕਿਹਾ ਨਹੀਂ, ਜਿੱਦਣ ਤੋਲੇਗਾ ਨਾ ਰੱਬ, ਤੇ ਨਾਲੇ ਇੱਥੇ ਵੀ ਤੇ ਪਤਾ ਲੱਗ ਹੀ ਜਾਂਦਾ ਬੰਦਾ ਕਿੱਥੇ ਕਰਕੇ ਖੜਾ ਹੈ। ਉਹ ਤੋਲੇਗਾ ਤੇ ਜੇ ਉਹ ਪ੍ਰਵਾਨ, ਜੇ ਤੈਨੂੰ ਗੁਰੂ ਕਵੇ, ਤੈਨੂੰ ਗੁਰੂ ਕਵੇ ਤੂੰ ਪ੍ਰਵਾਨ ਹੋ ਗਿਆ, ਉਦਣ ਮੰਨੀ ਮੈਂ ਪ੍ਰਵਾਨ ਹਾਂ। ਲੋਕ ਕਹਿ ਦੇਣ ਉਹਨਾਂ ਦਾ ਧੰਨਵਾਦ, ਚੰਗੀ ਗੱਲ ਹੈ, ਕੋਈ ਵਡਿਆਈ ਕਰੇ, ਉਹਨੂੰ ਵੀ ਨਹੀਂ ਕਹਿਣਾ ਅਸੀਂ ਵੀ ਕਿਉਂ ਕਰਦੇ। ਜੇ ਕੋਈ ਉਸਤਤ ਕਰਦਾ ਹੈ ਨਾ, ਮਾੜੀ ਨਹੀਂ ਗੱਲ। ਉਸਤਤ ਨੂੰ ਸਹਿਣਾ ਵੀ ਓਨਾ ਹੀ ਔਖਾ ਹੈ ਜਿੰਨਾ ਨਿੰਦਿਆ ਨੂੰ। ਜੇ ਕੋਈ ਕਵੇ ਉਸਤਤ ਕਰਦਾ ਹੈ, ਪ੍ਰਵਾਨ ਕਰ ਲੋ, ਇਹ ਵੀ ਤੇ ਤੋਹਫਾ ਹੀ ਹੈ, ਇਹ ਵੀ ਰੱਬ ਦੀ ਦਿੱਤੀ ਹੋਈ ਹੈ। ਪਰ ਉਹਨੂੰ ਧੰਨਵਾਦ ਪੁੱਛੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਵੀ ਜੋ ਕੁਝ ਲੋਕ ਕਹਿੰਦੇ ਨੇ ਉਹ ਮੈਂ ਹੈ ਵੀ ਕਿ ਨਹੀਂ। ਜੋ ਕੁਝ ਲੋਕਾਂ ਨੇ ਮੈਨੂੰ ਕਹਿ ਦਿੱਤਾ, ਲਿਖ ਕੇ ਦਿੱਤਾ, ਉਹ ਮੇਰੇ ਪੱਲੇ ਵੀ ਹੈ ਕਿ ਨਹੀਂ ਕੁਝ। ਜੇ ਮੈਂ ਉਸ ਤਰ੍ਹਾਂ ਦਾ ਨਹੀਂ ਤੇ ਫਿਰ ਅਜੇ ਮੈਂ ਸਫ਼ਰ ਵਿੱਚ ਹਾਂ, ਅਜੇ ਮੈਂ ਮੰਜ਼ਿਲ ਵਿੱਚ ਹਾਂ। ਉਹ ਬੰਦਾ ਰਾਹ ਵਿੱਚ ਨਹੀਂ ਰੁਕੇਗਾ। ਇਸ ਕਰਕੇ ਗਤ ਦਾ ਅਰਥ ਹੈ ਜੇ ਸਿਮਰਤ ਗਤ ਪਾਈ ਹੈ। ਅਕਾਲ ਪੁਰਖ ਦਾ ਸਿਮਰਨ ਕਰਨ ਦੇ ਨਾਲ ਬੰਦਾ ਗਤੀਸ਼ੀਲ ਹੋ ਜਾਂਦਾ ਹੈ, ਤੁਰਨ ਲੱਗ ਪੈਂਦਾ ਹੈ, ਇੱਕ ਥਾਂ ਤੇ ਨਹੀਂ ਰੁਕਦਾ। ਗਤੀ ਦਾ ਅਰਥ ਇਹ ਹੈ, ਹੋਰ ਕੋਈ ਗਤੀ ਨਹੀਂ ਵੀ ਇਹ ਬਾਅਦ ਵਿੱਚ ਹੋਏਗੀ ਜਾਂ ਇਸ ਤਰ੍ਹਾਂ। ਇਹ ਕਹਿੰਦੇ ਗਤੀਸ਼ੀਲ ਹੋ ਜਾਂਦਾ ਬੰਦਾ, ਅੱਗੇ ਵਧਣ ਲੱਗ ਪੈਂਦਾ। ਕਿੱਥੇ ਵੱਧਦਾ ਹੈ? ਕੋਈ ਸਰੀਰ ਦੀ ਗੱਲ ਨਹੀਂ ਵੀ ਇਸ ਸਾਲ ਇੱਥੇ ਸੀ, ਦੂਜੇ ਸਾਲ ਦੂਜੇ ਥਾਂ ਤੇ, ਇਹ ਸਰੀਰ ਦੀ ਗੱਲ ਨਹੀਂ। ਇਸ ਗਤੀ ਦਾ ਅਰਥ ਹੈ ਕਿ ਪਿਛਲੇ ਸਾਲ ਸਾਡੇ ਵਿੱਚ ਜਿੰਨੀ ਈਰਖਾ ਸੀ ਉਹਦੇ ਵਿੱਚੋਂ 80% ਰਹਿ ਗਈ, ਹੁਣ 20% ਘਟ ਗਈ। ਅਸੀਂ 20 ਕਿਲੋਮੀਟਰ ਸਫ਼ਰ ਤੈਅ ਕਰ ਲਿਆ। ਇਹ ਹੈ ਗਤੀ।
ਉਦੋਂ ਅਗਲੇ ਸਾਲ 20% ਹੋਰ ਘਟ ਗਈ। 20 ਮੀਲ ਅਸੀਂ ਹੋਰ ਸਫ਼ਰ ਗਤੀ ਕਰ ਲਈ। ਕ੍ਰੋਧ, ਲੋਭ, ਕਾਮ ਜੋ ਵੀ ਹੈ ਅੰਦਰ ਨੈਗੇਟਿਵ ਐਨਰਜੀਆਂ ਨੇ ਜੀਵਨ ਦੀਆਂ, ਉਹ ਜਿਉਂ-ਜਿਉਂ ਸਾਡੇ ਜਿੰਨੇ ਪਰਸੈਂਟੇਜ ਵਿੱਚ ਕੰਟਰੋਲ ਵਿੱਚ ਆਉਂਦੀਆਂ ਨੇ, ਤਿਉਂ-ਤਿਉਂ ਅਸੀਂ ਕਵਾਂਗੇ ਕਿ ਗਤੀ ਹੁੰਦੀ ਜਾ ਰਹੀ ਹੈ। ਅਸੀਂ ਆਪਣੇ ਘਰ ਵੱਲ ਆਉਂਦੇ ਜਾ ਰਹੇ ਹਾਂ, ਆਪਣੇ ਉਸ ਟਿਕਾਣੇ ਵੱਲ ਵੱਧਦੇ ਜਾ ਰਹੇ ਹਾਂ। ਤੇ ਜੇ ਇਹ ਤਾਂ ਉਸੇ ਤਰ੍ਹਾਂ ਬਣੇ ਹੋਏ ਨੇ, ਫਿਰ ਸਾਹਿਬ ਕਹਿੰਦੇ ਨੇ ਭੁੱਖੇ ਮੁੱਲਾਂ ਘਰੇ ਮਸੀਤ। ਉਸ ਮੁੱਲਾਂ ਨੇ ਘਰ ਨੂੰ ਮਸੀਤ ਹੀ ਬਣਾ ਲਿਆ ਹੈ। ਘਰ ਨੂੰ ਮਸੀਤ ਦਾ ਮਤਲਬ ਕੀ ਹੈ? ਉਹ ਕਹਿੰਦਾ ਮਸੀਤ ਹੀ ਨਹੀਂ ਜਾਣਾ, ਮੇਰਾ ਘਰ ਹੀ ਮਸੀਤ ਹੈ, ਕੀ ਲੋੜ ਹੈ ਜਾਣ ਦੀ। ਉਹਦਾ ਮਤਲਬ ਹੈ ਕਿ ਜਿਸ ਧਰਮੀ ਬੰਦੇ ਦੇ ਜੀਵਨ ਵਿੱਚ ਭੁੱਖ ਹੈ, ਉਹਨੇ ਉਹ ਜਿਵੇਂ ਦੀ ਉਹਦੀ ਦਸ਼ਾ ਹੈ ਨਾ, ਉਹ ਕਹਿੰਦਾ ਹੈ ਮੈਂ ਧਰਮੀ ਹੋ ਗਿਆ। ਸਿੱਖ ਸ਼ਬਦ ਦਿੱਤਾ ਸਤਿਗੁਰੂ ਨੇ। ਸਿੱਖ ਦਾ ਅਰਥ ਸੀ ਸਿਖਿਆਰਥੀ। ਸਿੱਖ ਉਹਨਾਂ ਚਿਰ ਸਿੱਖਦਾ ਹੀ ਜਾਂਦਾ, ਉਹਨਾਂ ਚਿਰ ਸਿੱਖਦਾ ਹੀ ਜਾਂਦਾ ਜਿੰਨਾ ਚਿਰ ਗੁਰਸਿੱਖ ਨਹੀਂ ਬਣ ਜਾਂਦਾ। ਉਹਨਾਂ ਚਿਰ ਸਿੱਖੀ ਜਾਂਦਾ ਹੈ। ਤੇ ਸਿੱਖ ਤੇ ਬਣਿਆ, ਬਸ ਥੋੜਾ ਜਿਹਾ ਕੀਤਾ ਤੇ ਪਰਤ ਕੇ ਕਵੇ ਮੈਨੂੰ ਕਿਸੇ ਦੀ ਸੁਣਨ ਦੀ ਲੋੜ ਨਹੀਂ। ਸੁਣਨਾ ਬੜਾ ਵੱਡਾ ਤਪ ਹੈ, ਖਿਆਲ ਰੱਖਣਾ। ਜਦੋਂ ਸੁਣਦਾ ਹੈ ਨਾ, ਵੇਖੋ ਸੁਣਨਾ ਬੜਾ ਔਖਾ ਹੈ, ਸਿੱਖਣਾ ਬੜਾ ਔਖਾ ਹੈ। ਇਸ ਸਥਾਨ ਤੇ ਪਾਠ ਬੋਧ ਸਮਾਗਮ ਹੋਇਆ ਤੇ ਬੰਦਾ ਹੋਵੇ ਗਿਆਨੀ ਧਿਆਨੀ, ਮੈਂ ਦੇਖਿਆ ਵੀ ਵਿਦਿਆਰਥੀ ਤੇ ਵਿਚਾਰੇ ਉਹਨਾਂ ਤੇ ਬਹਿਣਾ ਹੀ ਬਹਿਣਾ। ਤੁਸੀਂ ਕਿਸੇ ਹੋਰ ਨੂੰ ਕਹੋ ਜਿਹੜਾ ਚਾਰ ਗੱਲਾਂ ਕਿਸੇ ਨੂੰ ਸੁਣਾਉਂਦਾ, ਜਾਂ ਅਸੀਂ ਉਹਦੇ ਵਿੱਚ ਹੀ ਆਉਂਦੇ ਹਾਂ, ਜਾਂ ਸਾਡੇ ਇਸ ਸ਼ਹਿਰ ਦੇ ਵਿੱਚ ਕਿੰਨੇ ਗ੍ਰੰਥੀ ਸਿੰਘ ਨੇ। ਚਲੋ ਕਈਆਂ ਕੋਲ ਤੇ ਯੋਗਤਾ ਹੈ ਬਾਣੀ ਪੜ੍ਹਨ ਦੀ। ਮੈਂ ਸੋਚਣਾ ਵੀ ਇੰਨਾ ਵੱਡਾ ਕੰਮ ਹੋਇਆ ਹੈ, ਤੁਸੀਂ ਕੋਈ ਗ੍ਰੰਥੀ ਸਿੰਘ ਵੇਖਿਆ ਵਿੱਚ ਆ ਕੇ ਵੀ ਸੰਥਿਆ ਲੈਂਦਾ ਹੋਵੇ ਵੀ ਮੈਨੂੰ ਵੀ ਅਜੇ ਲੋੜ ਹੈ ਅਜੇ ਵੀ ਨਹੀਂ ਲੈਗਾ। ਕਿਉਂਕਿ ਸਿੱਖਣਾ ਹੰਕਾਰ ਨੂੰ ਆਪਣੇ ਨੂੰ ਤੋੜਨਾ। ਬਈ ਅੱਗੇ ਬਹਿਣ ਦਾ ਮਤਲਬ ਹੈ ਮੈਨੂੰ ਆਉਂਦਾ ਨਹੀਂ, ਮੈਨੂੰ ਨਹੀਂ ਆਉਂਦਾ। ਸਿੱਖ ਦਾ ਮਤਲਬ ਜੋ ਸਿੱਖਣ ਲਈ ਤਿਆਰ ਹੈ। ਹਾਂ, ਕਈ ਵਾਰੀ ਫਿਰ ਇਹ ਵੀ ਹੋ ਜਾਂਦਾ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਕਈ ਵਾਰੀ ਅਸੀਂ ਗੁਰੂ ਦੇ ਗਿਆਨ ਨੂੰ ਸੁਣਦੇ ਜ਼ਰੂਰ ਹਾਂ ਤੇ ਨਾਲ ਪੂਣੀ ਲੈ ਆਉਂਦੇ ਹਾਂ। ਆਉਂਦੇ ਜ਼ਰੂਰ ਆ ਗੁਰੂ ਕੋਲ, ਪੂਣੀ ਜੇਬ ਵਿੱਚ ਰੱਖੀ ਦੀ ਚਾਹ ਪੁੰਨ ਵਾਲੀ, ਬੜੀ ਬਰੀਕ ਜਾਲੀ ਵਾਲੀ। ਅਸੀਂ ਸ਼ਬਦ ਵੀ ਪੁਣ ਕੇ ਪੀਂਦੇ ਹਾਂ। ਜਿਹੜੇ ਸ਼ਬਦ ਸਾਨੂੰ ਚੰਗੇ ਲੱਗਦੇ ਨੇ ਉਹ ਸੁਣ ਲਈਦੇ ਨੇ, ਜਿਹੜੇ ਮਨ ਨੂੰ ਚੰਗੇ ਨਹੀਂ ਲੱਗਦੇ ਉਹ ਪੁਣ ਕੇ ਪਾਸੇ ਸਿੱਟ ਦਈਦੇ ਨੇ। ਪੁਣਿਆ ਹੋਇਆ ਗਿਆਨ ਕੰਮ ਨਹੀਂ ਦੇਗਾ, ਖਿਆਲ ਰੱਖ। ਗਿਆਨ ਦਾ ਅਰਥ ਹੈ ਜੋ ਮੇਰੇ ਮਨ ਦੇ ਉਲਟ ਹੈ ਉਹਨੂੰ ਅੰਦਰ ਲੈ ਕੇ ਜਾਣਾ, ਤਾਂ ਹੀ ਮਨ ਟੁੱਟੇਗਾ ਨਾ। ਜਿਹੜਾ ਮੇਰੇ ਵਿੱਚ ਪਹਿਲਾਂ ਹੀ ਠੀਕ ਹੈ ਉਸ ਗਿਆਨ ਨੂੰ ਕੀ ਕਰਾਂਗੇ? ਉਹਦੀ ਲੋੜ ਹੀ ਕੀ ਹੈ? ਜੋ ਮੈਂ ਪਹਿਲਾਂ ਹੀ ਕਰ ਚੁੱਕਾ ਉਹਨੂੰ ਕੀ ਅੰਦਰ ਲੈ ਕੇ ਜਾਣਾ? ਲੈ ਕੇ ਤੇ ਉਹ ਚੀਜ਼ ਅੰਦਰ ਜਾਣੀ ਜੋ ਮੈਂ ਕਰਨ ਲਈ ਤਿਆਰ ਨਹੀਂ, ਮੇਰਾ ਹੰਕਾਰ ਉਹਨੂੰ ਕਰਨ ਲਈ ਤਿਆਰ ਨਹੀਂ, ਉਹਨੂੰ ਲੈ ਕੇ ਜਾਣਾ, ਤੋੜੇਗਾ ਉਸ ਹੰਕਾਰ ਨੂੰ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਗਤੀਸ਼ੀਲ ਉਹ ਹੋਵੇਗਾ। ਪਹਿਲੀ ਗੱਲ ਤੇ ਗਤੀਸ਼ੀਲ ਹੋਣਾ, ਤੁਰਨਾ, ਹੰਕਾਰ ਨੂੰ ਸੱਟ ਮਾਰਨੀ ਹੈ। ਕੋਈ ਆਵੇ ਕੋਈ ਕਹਿ ਦੇ ਜੇ ਤੇ ਤੂੰ ਰਾਹ ਵਿੱਚ ਹੀ ਬੈਠਾ, ਬੜਾ ਔਖਾ ਹੈ। ਗੁਰੂ ਸਾਹਿਬ ਦੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਇਤਿਹਾਸ ਪੜ੍ਹ ਕੇ ਵੇਖੋ, ਬੜੇ ਫਕੀਰ ਰਹਿੰਦੇ ਸਨ। ਜਦੋਂ ਸਤਿਗੁਰੂ ਇੱਧਰ ਗਏ ਨੇ, ਇੱਧਰ ਬਾਂਗਰ ਦੇਸ਼ ਵਿੱਚ ਦੌਰੇ ਤੇ, ਉਦਾਸੀ ਤੇ ਕਹਿ ਲਈਏ, ਪ੍ਰਚਾਰ ਕਰਨ ਹਿੱਤ, ਤਾਂ ਨਾਲ ਕਹਿੰਦੇ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਉਦਾਸੀ ਸੰਨਿਆਸੀ ਬੜੇ ਫਿਰਦੇ ਸਨ। 10 ਪਾਤਸ਼ਾਹਾਂ ਕੋਲ ਆਉਂਦੇ ਸਨ। ਕਾਹਦੇ ਲਈ ਆਉਂਦੇ ਸਨ? ਕਿਉਂ ਆਉਂਦੇ ਸਨ? ਲੋਕਾਂ ਨੇ ਤੇ ਕਹਿ ਦਿੱਤਾ ਸੀ ਤੁਸੀਂ ਸੰਨਿਆਸੀ ਹੋ। ਉਹਨਾਂ ਨੂੰ ਅੰਦਰੋਂ ਪਤਾ ਸੀ ਅਸੀਂ ਅਜੇ ਸੰਨਿਆਸੀ ਨਹੀਂ। ਇਸ ਕਰਕੇ ਇਮਾਨਦਾਰ ਲੋਕ ਸਨ ਜਿਹੜੇ ਗੁਰੂ ਕੋਲ ਸੰਨਿਆਸੀ ਬਣ ਕੇ ਵੀ ਆ ਗਏ। ਨਹੀਂ ਤੇ ਸੰਨਿਆਸ ਗਿਆਨ ਇਹ ਬੜੀ ਰੁਕਾਵਟ ਹੈ। ਲੋਕ ਕਹਿੰਦੇ ਨੇ ਹੁਣ ਮੈਂ ਦੂਜੇ ਨੂੰ ਕਵਾਂ ਇਹ ਗੱਲ, ਮੈਂ ਦੂਜੇ ਨੂੰ ਕਵਾਂ ਇਹ ਗੱਲ, ਮੈਨੂੰ ਤਾਂ ਲੋਕ ਆ ਕਹਿੰਦੇ ਨੇ।
ਇਸੇ ਤਰ੍ਹਾਂ ਬੰਦਾ ਵੱਜ ਵਜਾ ਕੇ ਮਰ ਜਾਂਦਾ ਹੈ, ਉਹਦਾ ਹੰਕਾਰ ਟੁੱਟਦਾ ਨਹੀਂ। ਇਹ ਤੇ ਗੁਰੂ ਅਰਜਨ ਦੇਵ ਪਾਤਸ਼ਾਹੀ ਨੇ ਨਾ ਖਿਆਲ ਦੇਣਾ। ਇਹ ਤੇ ਗੁਰੂ ਅਰਜਨ ਦੇਵ ਜੀ ਦੇ ਹਿੱਸੇ ਹੀ ਆਇਆ ਹੈ। ਗੁਰੂ ਨਾਨਕ ਦੀ ਗੱਦੀ ਤੇ ਬੈਠੇ ਨੇ, ਗਿਆਨ ਉਹਨਾਂ ਵਿੱਚੋਂ ਫੁੱਟਦਾ ਹੈ, ਲੋਕਾਈ ਉਹਨਾਂ ਅੱਗੇ ਝੁਕਦੀ ਏ। ਲੋਕਾਂ ਦੇ ਘਰ ਪੁੱਤਰ ਦੇਣ ਵਾਲੇ ਨੇ, ਪਰ ਜਦੋਂ ਆਪਣੇ ਘਰ ਪੁੱਤਰ ਦੀ ਗੱਲ ਆਉਂਦੀ ਏ ਤੇ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਜਾਓ ਬਾਬੇ ਬੁੱਢੇ ਕੋਲ। ਬੜੀ ਅਜੀਬ ਘਟਨਾ ਹੈ, ਬੜੀ ਔਖੀ ਗੱਲ। ਹੰਕਾਰ, ਇੱਕ ਬੰਦਾ ਗੁਰੂ ਹੋਵੇ, ਸਰੀਰ ਗੁਰੂ ਹੋਵੇ, ਤੇ ਉਹ ਘਰ ਦੀ ਲੋੜ ਪੈ ਜਾਏ ਤੇ ਸਿੱਖ ਕੋਲ ਭੇਜੇ ਵੀ ਜਾਓ ਉੱਥੇ ਜਾਓ ਬਾਬੇ ਬੁੱਢੇ ਕੋਲ। ਇਹ ਕੀ ਹੈ? ਬਹੁਤਿਆਂ ਨੇ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਇਹ ਕਿਵੇਂ ਹੋ ਸਕਦਾ, ਗੁਰੂ ਸਾਹਿਬ ਤੇ ਆਪ ਸਮਰੱਥ ਸਨ। ਅਸੀਂ ਸਮਰੱਥਾ ਦੇ ਅਰਥ ਹੰਕਾਰ ਕੱਢੇ ਨੇ। ਸਤਿਗੁਰੂ ਨੇ ਇਹਦੇ ਵਿੱਚ ਸਮਝਾਇਆ ਤੂੰ ਕਿੰਨਾ ਵੀ ਉੱਚਾ ਹੋ ਜਾਏ ਫਿਰ ਵੀ ਆਮ ਬੰਦੇ ਵਾਂਗ ਵਰਤ। ਜੇ ਤੈਨੂੰ ਕੋਈ ਕੰਮ ਪੈਂਦਾ ਤੇ ਕਿਸੇ ਗੁਰਸਿੱਖ ਨੂੰ ਕਹਿਣ ਨਾਲ ਤੇਰੀ ਸਿੱਖੀ ਨਹੀਂ ਟੁੱਟਦੀ, ਉਹ ਬਣੀ ਰਹਿੰਦੀ ਹੈ। ਜੇ ਗੁਰੂ ਅਰਜਨ ਦੇਵ ਜੀ ਇੰਨੇ ਉੱਚੇ ਥਾਂ ਤੇ ਬਹਿ ਕੇ ਖੁਦ ਦੇਣ ਵਾਲੇ ਨੇ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ, ਜੇ ਉਹ ਕਹਿ ਰਹੇ ਨੇ ਮਾਤਾ ਗੰਗਾ ਜੀ ਨੂੰ ਜਾਓ ਇੱਕ ਸਿੱਖ ਕੋਲ, ਇਹਦਾ ਅਰਥ ਇਹ ਨਹੀਂ ਵੀ ਗੁਰੂ ਅਰਜਨ ਦੇਵ ਜੀ ਦੇ ਕੋਲ ਹੈ ਨਹੀਂ ਪੁੱਤਰ, ਹੈ। ਸਿਖਾ ਰਹੇ ਨੇ, ਦੱਸ ਰਹੇ ਨੇ। ਜੀਵਨ ਸਿੱਖਣ ਵਾਲੀ ਚੀਜ਼ ਹੈ, ਹੰਕਾਰ ਨੂੰ ਤੋੜਨ ਵਾਲੀ ਚੀਜ਼ ਹੈ, ਮੰਗਣ ਵਾਲੀ ਚੀਜ਼ ਹੈ। ਭਿਖਾਰੀ ਰੱਬ ਦਾ ਤੇ ਰੱਬ ਦੇ ਪਿਆਰਿਆਂ ਦਾ ਬਣਨ ਵਾਲੀ ਚੀਜ਼ ਹੈ। ਸਿੱਖੀ ਦਾ ਅਰਥ, ਸਿੱਖ ਸ਼ਬਦ ਦਾ ਅਰਥ ਹੀ ਇਹ ਜੋ ਇਹ ਮੰਨ ਲਵੇ ਕਿ ਜੋ ਕੁਝ ਮੈਂ ਜਾਣਿਆ ਉਹ ਠੀਕ ਨਹੀਂ, ਅਜੇ ਮੈਂ ਹੋਰ ਕੁਝ ਸਿੱਖਣਾ ਹੈ, ਅਜੇ ਮੈਂ ਹੋਰ ਕੁਝ ਜਾਣਨਾ ਹੈ। ਇਸ ਕਰਕੇ ਜਿਨ੍ਹਾਂ ਦਾ ਹੰਕਾਰ ਖਤਮ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਜਿਹੜੇ ਨੇ ਸਿੱਖ ਬਣ ਗਏ, ਉਹ ਗਤੀਸ਼ੀਲ ਹੋ ਗਏ, ਉਹਨਾਂ ਨੂੰ ਗਤੀ ਅੱਗੇ ਵਧਣ ਲੱਗ ਪਏ। ਉਹਨਾਂ ਨੇ ਆਪਣੇ ਆਪ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੱਤਾ, ਬਦਲਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਬੰਦਾ ਮੰਨ ਜਾਂਦਾ ਮੈਂ ਗਲਤ ਹਾਂ, ਗੁਰੂ ਫਿਰ ਦਿਨਾਂ ਵਿੱਚ ਉਹਨੂੰ ਹੋਰ ਦਾ ਹੋਰ ਕਰ ਦਿੰਦਾ ਹੈ, ਹੋਰ ਦਾ ਹੋਰ ਬਣਾਈ ਜਾਂਦਾ ਹੈ। ਸਰੀਰ ਭਾਵੇਂ ਉਹ ਰਵੇ, ਪਰਤ ਕੇ ਲੋਕ ਕਹਿੰਦੇ ਨੇ ਇਹ ਤੇ ਬੜਾ ਕ੍ਰੋਧੀ ਸੀ, ਵੇਖੋ ਹੁਣ ਤਾਂ ਬੋਲਦੇ ਹੀ ਨਹੀਂ, ਇੰਨਾ ਸ਼ਾਂਤ ਚਿੱਤ ਕਿੱਥੋਂ ਆ ਗਿਆ। ਉਹ ਕਿੱਧਰ ਗਿਆ? ਪਹਿਲਾ ਆਦਮੀ ਵਿੱਚੋਂ ਨਿਕਲ ਗਿਆ, ਉਹ ਤਬਦੀਲ ਹੋ ਗਿਆ, ਉਹਦੇ ਵਿੱਚ ਫਰਕ ਪੈ ਗਿਆ। ਇਸ ਲਈ ਸਤਿਗੁਰੂ ਕਹਿ ਰਹੇ ਨੇ ਜਿਹੇ ਸਿਮਰਤ ਗਤ ਪਾਈਐ। ਸਿਮਰਨ ਕਰ, ਸ਼ਬਦ ਨੂੰ ਉਚਾਰਨ ਕਰ। ਸਿਮਰਨ ਕੀ ਹੈ? ਉਚਾਰਨ ਕਰ ਨਾਮ ਨੂੰ ਤੇ ਉਹਨੂੰ ਪਿਆਰ ਨਾਲ ਸੁਣ। ਇਸ ਤਰ੍ਹਾਂ ਕਰੀ ਚੱਲ, ਕਰੀ ਚੱਲ, ਕਰੀ ਚੱਲ। ਸੰਗਤ ਵਿੱਚ ਕਰ, ਗੁਰੂ ਦੇ ਸਹਾਰੇ ਨਾਲ ਕਰ। ਜਿਨ੍ਹਾਂ ਵਿੱਚ ਟਿਕ ਚੁੱਕਾ ਹੈ ਉਹਨਾਂ ਦੀ ਸੰਗਤ ਵੀ ਕਰ। ਇਹ ਕਰੇਗਾ ਤੇ ਗਤੀਸ਼ੀਲ ਹੋ ਜਾਏਗਾ, ਬਦਲਦਾ ਜਾਏਗਾ, ਤਬਦੀਲੀ ਆ ਜਾਏਗੀ। ਸਿਮਰਨ ਬੰਦੇ ਨੂੰ ਬਦਲਦਾ ਹੈ, ਸਿਮਰਨ ਬਦਲਦਾ। ਹੁਣੇ ਥੋੜੇ ਦਿਨ ਮੈਨੂੰ ਇੱਕ ਜਗਿਆਸੂ ਦਾ ਕਿਸੇ ਦਾ ਸੰਦੇਸ਼ ਫੋਨ ਆਇਆ, ਕਹਿੰਦੇ ਜਦੋਂ ਧਿਆਨ ਲੱਗਦਾ ਡਰ ਆਉਂਦਾ ਹੈ, ਧਿਆਨ ਲੱਗਣ ਲੱਗਦਾ ਨਾਲ ਹੀ ਡਰ ਆਉਂਦਾ। ਮੈਂ ਉਹਨਾਂ ਨੂੰ ਤੇ ਬਹੁਤਾ ਨਹੀਂ ਕਿਹਾ, ਚਲੋ ਚੋਟ ਲੱਗਦੀ, ਡਰ ਹੋਰ ਕੋਈ ਨਹੀਂ ਆਉਂਦਾ। ਕਿਉਂਕਿ ਜਦੋਂ ਸ਼ਬਦ ਵਿੱਚ ਧਿਆਨ ਲੱਗੇਗਾ ਉਹ ਹੰਕਾਰ ਨੂੰ ਤੋੜੇਗਾ, ਤੇ ਹੰਕਾਰ ਟੁੱਟੇਗਾ ਤੇ ਬੰਦੇ ਨੂੰ ਡਰ ਆਵੇਗਾ। ਹੋਰ ਕੋਈ ਡਰ ਨਹੀਂ ਹੈ। ਡਰ ਇਹ ਹੈ ਮੇਰੇ ਹੰਕਾਰ ਨੂੰ ਕਿਤੇ ਚੋਟ ਨਾ ਲੱਗ ਜਾਏ। ਬਦਲ ਰਿਹਾ ਹੈ ਨਾਮ ਅੰਦਰ ਨੂੰ, ਹੋਰ ਦਾ ਹੋਰ ਕਰੀ ਜਾਂਦਾ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਜਦੋਂ ਸਾਡਾ ਅੰਦਰ ਤਬਦੀਲ ਹੋਣ ਲੱਗ ਪੈਂਦਾ, ਅਸੀਂ ਉਹਨੂੰ ਕਈ ਜਨਮਾਂ ਤੋਂ ਫੜਿਆ ਹੋਇਆ ਹੈ, ਆਦਤਾਂ ਨੂੰ ਪਕੜ ਕੇ ਬੈਠੇ ਹਾਂ। ਜਦੋਂ ਨਾਮ ਉਹਨਾਂ ਨੂੰ ਬਦਲਦਾ ਹੈ ਸਾਨੂੰ ਡਰ ਆਉਂਦਾ ਹੈ, ਹੋਰ ਕੋਈ ਡਰ ਨਹੀਂ ਹੈ। ਕਿਸੇ ਜੋਤਸ਼ੀ ਕੋਲ ਨਾ ਜਾਣਾ, ਕਿਸੇ ਹੱਥ ਵਿਖਾਉਣ ਵਾਲੇ ਨੂੰ ਪੁੱਛਣ ਦੀ ਲੋੜ ਨਹੀਂ ਹੈ। ਇਹ ਹੋਰ ਕੋਈ ਡਰ ਨਹੀਂ, ਸਾਡੇ ਵਿਚਲਾ ਡਰ ਹੈ। ਕਿਉਂਕਿ ਸਾਨੂੰ ਡਰ ਹੈ ਕਿਤੇ ਅਸੀਂ ਟੁੱਟ ਨਾ ਜਾਈਏ, ਕਿਤੇ ਅਸੀਂ ਖਤਮ ਨਾ ਹੋ ਜਾਈਏ। ਇਸੇ ਡਰ ਤੋਂ ਅਸੀਂ ਭੈਭੀਤ ਹਾਂ, ਚਿੰਤਾਤੁਰ ਹਾਂ। ਔਰ ਇਹ ਬੜਾ ਗਲਤ ਹੈ।
ਇਹ ਚਿੰਤਾਵਾਂ ਉਦਣ ਮਿਟਣਗੀਆਂ ਜਿੱਦਣ ਅਸੀਂ ਆਪਣੇ ਆਪ ਨੂੰ ਮਿਟਾਉਣ ਲਈ ਤਿਆਰ ਹੋ ਗਏ, ਗੁਰੂ ਕੇ ਸ਼ਬਦ ਵਿੱਚ ਆਪਣੇ ਆਪ ਨੂੰ ਮਾਰਨ ਲਈ। ਕਿਉਂਕਿ ਜੀਵਨ ਸ਼ੁਰੂ ਹੀ ਉੱਥੋਂ ਹੁੰਦਾ ਜਿੱਥੇ ਬੰਦੇ ਦੇ ਮਨ ਦੀ ਮੌਤ ਹੋ ਜਾਂਦੀ। ਉਹਦੇ ਤੋਂ ਪਹਿਲਾਂ ਸਾਰੀ ਮੌਤ ਹੈ। ਖਿਆਲ ਰੱਖ, ਜੀਵਨ ਨਹੀਂ ਹੈ, ਇਹ ਤੇ ਮੌਤ ਹੀ ਹੈ ਨਾ। ਚਲੋ ਮੌਤ ਨਹੀਂ ਆਈ, ਮੌਤ ਦਾ ਖਿਆਲ ਤੇ ਚੱਲੀ ਜਾਂਦਾ ਨਾ, ਡਰ ਤੇ ਹੈ ਨਾ। ਇਹ ਜੀਵਨ ਕਿਵੇਂ ਹੋਇਆ? ਜੀਵਨ ਉਹਨੂੰ ਕਹੀਦਾ ਜਿੱਥੇ ਮੌਤ ਦਾ ਡਰ ਹੀ ਖਤਮ ਹੋ ਜਾਏ, ਤੇ ਉਹ ਉਦੋਂ ਮਿਲਦਾ ਜਦੋਂ ਗੁਰੂ ਕੇ ਸ਼ਬਦ ਦੁਆਰਾ ਮਨ ਦੀ ਮੌਤ ਹੋ ਜਾਂਦੀ। ਉਹਦੇ ਤੋਂ ਅੱਗੇ ਫਿਰ ਮੌਤ ਦਾ ਡਰ ਕੋਈ ਨਹੀਂ ਹੈ। ਰੱਬ ਦੇ ਪਿਆਰ ਵਾਲੇ ਦੇ ਜੀਵਨ ਵਿੱਚ ਸਭ ਤੋਂ ਪਹਿਲੀ ਪ੍ਰਾਪਤੀ ਇਹ ਹੈ, ਮੌਤ ਉਹਦੇ ਜੀਵਨ ਵਿੱਚੋਂ ਖਤਮ ਹੋ ਜਾਂਦੀ ਹੈ। ਉਹਨੂੰ ਇਹ ਪੂਰਾ ਅਹਿਸਾਸ ਹੋ ਜਾਂਦਾ ਕਿ ਹੁਣ ਖਤਮ ਹੋਣ ਵਾਲਾ ਮੈਂ ਹੈ ਹੀ ਨਹੀਂ, ਸਦੀਵ ਕਾਲ ਲਈ ਜਿੰਦਾ ਹੋ ਗਿਆ। ਇਸ ਲਈ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਇਸ ਤਰ੍ਹਾਂ ਬੰਦੇ ਦੇ ਜੀਵਨ ਦੀ ਚਾਲ ਵੱਧ ਜਾਂਦੀ ਏ, ਉਹ ਆਪਣੀ ਮੰਜ਼ਿਲ ਦੇ ਵੱਲ ਤੁਰਨ ਲੱਗ ਪੈਂਦਾ ਤੇ ਇੱਕ ਦਿਨ ਉਸ ਮੰਜ਼ਿਲ ਤੇ ਪਹੁੰਚ ਜਾਂਦਾ। ਕਿਹੜੀ ਹੈ ਮੰਜ਼ਿਲ? ਜਿਹਦੇ ਵਿੱਚੋਂ ਅਸੀਂ ਪੈਦਾ ਹੋਏ ਸੀ, ਸਰੀਰ ਦੇ ਜਾਣ ਤੋਂ ਪਹਿਲਾਂ ਪਹਿਲਾਂ ਉਹਦੇ ਤੱਕ ਚਲੇ ਗਏ, ਉਹਦੇ ਦਰਵਾਜ਼ੇ ਨੂੰ ਹੱਥ ਪਾ ਲਿਆ। ਸਾਹਿਬ ਇਹਨਾਂ ਬਚਨਾਂ ਵਿੱਚ ਕਿਰਪਾ ਕਰ ਰਹੇ ਨੇ, ਕਹਿੰਦੇ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਇ। ਜਿੰਨੇ ਵੀ ਸੁੱਖ ਤੈਨੂੰ ਚਾਹੀਦੇ ਨੇ ਉਹ ਇੱਕੋ ਥਾਂ ਤੋਂ ਲੈ। ਇੱਕ ਇੱਕ ਥਾਂ ਤੋਂ ਇੱਕ ਇੱਕ ਸੁੱਖ ਲਈਦਾ, ਉਹ ਵੀ ਦੁੱਖ ਦਾ ਰੂਪ ਧਾਰਨ ਕਰ ਜਾਂਦਾ। ਸੁੱਖ ਸਾਰਿਆਂ ਦਾ ਦਾਤਾ, ਕੋਈ ਇਸ ਤਰ੍ਹਾਂ ਦਾ ਰਿਮੋਟ ਜਿਹੜਾ ਸਾਰੇ ਲੋਕ ਇੱਕੋ ਵਕਤ ਖੋਲਦਾ ਹੈ। ਕੱਲਾ ਕੱਲਾ ਕਿੱਥੇ ਖੋਲਦੇ ਫਿਰਾਂਗੇ, ਫਿਰ ਕੀ ਪਤਾ ਉਹ ਚਾਬੀ ਲੱਗੇ ਵੀ ਕਿ ਨਾ। ਕਿੰਨੇ ਲੋਕ ਸਾਡੀ ਜ਼ਿੰਦਗੀ ਦਾ ਸੁੱਖ ਸਾਨੂੰ ਦੇ ਸਕਣਗੇ, ਫਿਰ ਜਿਹੜਾ ਸੁੱਖ ਦੇਗਾ ਪਰਤ ਕੇ ਉਮੀਦ ਰੱਖੇਗਾ ਤੂੰ ਮੈਨੂੰ ਕੁਝ ਦੇ, ਹੁਣ ਵਪਾਰ ਹੋ ਜਾਏਗਾ। ਕੋਈ ਇਸ ਤਰ੍ਹਾਂ ਦਾ ਦੇਣ ਵਾਲਾ ਲੱਭ ਜਿਹੜਾ ਨਿਰੰਤਰ ਦਿੰਦਾ ਹੀ ਜਾਏ, ਉਹਦੇ ਤਬਾਦਲੇ ਵਿੱਚ ਕੁਝ ਚਾਹੇ ਵੀ ਨਾ, ਤੇ ਜਿਹਦੀ ਇੱਕੋ ਚਾਬੀ ਨਾਲ ਤੇਰੀ ਜ਼ਿੰਦਗੀ ਦੇ ਸਾਰੇ ਲੋਕ ਖੁੱਲ ਜਾਣ, ਸਾਰੇ ਦੁੱਖ ਮਿਟ ਜਾਣ। ਉਹ ਕਿਹੜਾ? ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਸਭੇ ਥੋਕ ਪ੍ਰਾਪਤੇ ਜੇ ਇੱਕ ਆਵੈ ਹੱਥ। ਜਿੰਨੇ ਵੀ ਖਜ਼ਾਨੇ ਨੇ ਦਿਸਦੇ ਔਰ ਅਣਦਿਸਦੇ, ਉਹ ਸਾਰੇ ਉਦੋਂ ਹੱਥ ਵਿੱਚ ਆਏ ਜਦੋਂ ਇੱਕ ਹੱਥ ਵਿੱਚ ਆ ਗਿਆ। ਗੁਰੂ ਅਰਜਨ ਦੇਵ ਜੀ ਨੇ ਹੋਰ ਬਚਨ ਕੀਤੇ। ਸਭ ਕਹਿੰਦੇ ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ। ਇਸੇ ਹੀ ਜੀਵਨ ਵਿੱਚ ਇੱਕ ਐਸਾ ਠਾਣਾ, ਐਸਾ ਟਿਕਾਣਾ ਜਿੱਥੇ ਖੰਡ ਤੇ ਬ੍ਰਹਿਮੰਡ ਸਾਰਾ ਚੱਲਦਾ, ਜਿੱਥੋਂ ਜਿੰਨੂੰ ਮਰਜੀ ਉੱਥੋਂ ਮਰੋੜ ਦਿਓ, ਜਿਹੜੀ ਚਾਬੀ ਜਿੱਥੋਂ ਮਰਜੀ ਤਾਰ ਖਿੱਚ ਲਓ। ਫਿਰ ਉਹ ਇੱਕ ਹੱਥ ਵਿੱਚ ਆ ਗਿਆ, ਸਾਰੇ ਆਪਣੇ ਹੋ ਗਏ। ਕੱਲੇ ਕੱਲੇ ਨੂੰ ਮਨਾਉਂਦੇ ਫਿਰਨੇ ਆ। ਹਜੂਰ ਨੇ ਕਿਹਾ ਇੱਕ ਨੂੰ ਮਨਾ, ਸਾਰੇ ਤੇਰੇ ਹੋ ਜਾਣਗੇ। ਤੇਰੇ ਦੁਸ਼ਮਣਾਂ ਦੇ ਵਿੱਚ ਵੀ ਦਇਆ ਆ ਜਾਏਗੀ, ਤੇਰੇ ਵਿਰੋਧੀ ਵੀ। ਉਹ ਵਿਰੋਧੀ ਅਸੀਂ ਆਪ ਹੀ ਤੇ ਪੈਦਾ ਕੀਤੇ ਨੇ, ਉਹ ਵੀ ਮਿੱਤਰ ਬਣਨਾ ਸ਼ੁਰੂ ਕਰ ਦੇਣਗੇ। ਇਸ ਲਈ ਸਾਹਿਬ ਕਹਿੰਦੇ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਇ। ਦੂਸਰ ਸਭ ਸੁਖ ਦਾਤਾ, ਇੱਕ ਇੱਕ ਅੱਖਰਾਂ ਦੇ ਅਰਥ ਸਮਝੀਏ। ਸਾਰਿਆਂ ਸੁੱਖਾਂ ਦਾ ਦਾਤਾ ਦਾ ਅਰਥ ਦੇਣ ਵਾਲਾ ਰਾਮ, ਰਮਿਆ ਹੋਇਆ ਜਿਹੜਾ ਪਰਮਾਤਮਾ ਹੈ। ਦੂਸਰ ਦੂਜਾ, ਨਾਹਿਨ ਕੋਏ, ਕੋਈ ਵੀ ਨਹੀਂ ਹੈ। ਕਹੋ ਨਾਨਕ ਸੁਨ ਰੇ ਮਨਾ, ਤੇਹ ਸਿਮਰਤ ਗਤ ਹੋਏ। ਹੇ ਮੇਰੇ ਮਨ, ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਤੈਨੂੰ ਦੱਸ ਰਹੇ ਨੇ, ਐਸੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਤੂੰ ਗਤੀਸ਼ੀਲ ਹੋ ਜਾਏਗਾ, ਯਾਤਰਾ ਵੱਲ ਨਿਕਲ ਪਏਗਾ। ਜਿਹੜੀ ਥਾਂ ਤੇ ਤੂੰ ਜਾਣ ਲਈ ਭੇਜਿਆ ਗਿਆ ਉਧਰ ਤੁਰ ਪਵੇਂਗਾ। ਸਾਹਿਬ ਕਹਿੰਦੇ ਜਿਹ ਸਿਮਰਤ ਗਤ ਪਾਈਐ, ਤੇਹ ਭਜ ਰੇ ਤੈ ਮੀਤ। ਜਿਹਦਾ ਸਿਮਰਨ ਕਰਨ ਦੇ ਨਾਲ ਤੂੰ ਆਪਣੇ ਘਰ ਵੱਲ ਯਾਤਰਾ ਕਰਨੀ ਸ਼ੁਰੂ ਕਰ ਦੇਂਗਾ, ਗਤੀ ਆ ਜਾਏਗੀ ਤੇਰੇ ਵਿੱਚ। ਤੂੰ ਉਸ ਵਾਹਿਗੁਰੂ ਦਾ ਭਜਨ ਕਰ। ਹੇ ਮੇਰੇ ਮੀਤ, ਹੇ ਮੇਰੇ ਮਿੱਤਰ। ਇੰਜ ਲੱਗਦਾ ਵੀ ਗੁਰੂ ਸਾਹਿਬ ਨੂੰ ਕਿੰਨਾ ਪਿਆਰ ਹੋਵੇਗਾ
ਸਾਡੇ ਨਾਲ ਵੀ ਕਦੀ ਕਹਿੰਦੇ ਨੇ ਤੂੰ ਮੂਰਖ ਹੈ, ਕਦੀ ਕਹਿੰਦੇ ਨੇ ਤੂੰ ਮੇਰਾ ਮਿੱਤਰ ਹੈ। ਜਿਵੇਂ ਆਪਣੇ ਬੱਚੇ ਨੂੰ ਬੰਦਾ ਕਈ ਵਾਰੀ ਝਿੜਕਦਾ ਹੈ, ਫਿਰ ਝਿੜਕ ਕੇ ਫਿਰ ਕਹਿੰਦਾ ਤੂੰ ਮੇਰਾ ਪੁੱਤਰ ਹੈ। ਕਿਸੇ ਤਰ੍ਹਾਂ ਆਖੇ ਲੱਗ ਜਾ, ਗੁਰੂ ਦਾ ਕੰਮ ਹੈ। ਇੱਥੇ ਕਹਿ ਰਹੇ ਨੇ ਤੇਹ ਭਜ ਰੇ ਤੈ ਮੀਤ। ਗੁਰੂ ਨੇ ਆਪਣਾ ਦੋਸਤ ਹੀ ਬਣਾ ਲਿਆ, ਮਿੱਤਰ। ਜਿਵੇਂ ਦੋ ਜਣੇ ਇਕੱਠੇ ਤੁਰਦੇ ਨੇ, ਮਿੱਤਰਤਾ ਹੈ। ਕਹਿੰਦੇ ਉਹਦਾ ਸਿਮਰਨ ਕਰ। ਕਉ ਨਾਨਕ ਸੁਣ ਰੇ ਮਨਾ, ਔਦ ਘਟਤ ਹੈ ਨੀਤ। ਹਰ ਰੋਜ਼ ਔਦ, ਔਦ ਦਾ ਅਰਥ ਹੈ ਉਮਰ, ਘਟਦੀ ਜਾ ਰਹੀ ਹੈ। ਇੱਕ ਇੱਕ ਦਿਨ ਕਰਕੇ ਗੁਜ਼ਰਦਾ ਜਾ ਰਿਹਾ ਹੈ, ਇੱਕ ਇੱਕ ਮਹੀਨਾ ਕਰਕੇ ਨਿਕਲ ਗਿਆ। ਇਸ ਪ੍ਰਤੀ ਤੂੰ ਜਾਗਣਾ ਕਰ। ਦੂਸਰੇ ਜਿਹੜੇ ਸ਼ਲੋਕ ਨੇ ਥੋੜੇ ਜਿਹੇ ਅਰਥ, ਪਿਛਲੇ ਦੋ ਸ਼ਲੋਕ 7 ਤੇ 8 ਨੰਬਰ। ਸਹਿਬ ਕਹਿੰਦੇ ਤਨ ਧਨ ਜਿਹ ਤੋ ਕੋ ਦਿਓ, ਤਾਂ ਸਿਓ ਨੇਹੋ ਨਾ ਕੀਨ। ਜਿਨੇ ਤੈਨੂੰ ਸਰੀਰ ਦਿੱਤਾ ਹੈ, ਸਰੀਰ ਦੇ ਗੁਜ਼ਰਾਨ ਵਾਸਤੇ ਧਨ ਦਿੱਤਾ, ਤੇ ਸੰਪੇ ਦੇ ਅਰਥ ਨੇ ਸੰਪत्ति ਦਿੱਤੀ ਹੈ। ਸੁਖ ਦਿਓ, ਕਈ ਪ੍ਰਕਾਰ ਦੇ ਸੁਖ ਵੀ ਦਿੱਤੇ ਨੇ। ਅਰ ਜਿਹੇ ਨੀਕੇ ਧਾਮ, ਨੀਕੇ ਦਾ ਅਰਥ ਸੁੰਦਰ, ਧਾਮ ਦੇ ਅਰਥ ਨੇ ਮਕਾਨ ਆਦਿਕ, ਇਹ ਸਾਰਾ ਕੁਝ ਦਿੱਤਾ ਹੈ। ਸਹਿਬ ਕਹਿੰਦੇ ਤਨ ਧਨ ਜੇ ਤੋ ਕੋ ਦਿਓ, ਤਾਂ ਸਿਓ ਨੇਹੋ ਨਾ ਕੀਨ। ਤੂੰ ਕਦੀ ਉਹਦੇ ਨਾਲ ਪਿਆਰ ਨਹੀਂ ਕੀਤਾ। ਕਉ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ। ਹੇ ਕਮਲੇ ਮਨੁੱਖ, ਫਿਰ ਤੈਨੂੰ ਡੋਲਣਾ ਪਏਗਾ, ਫਿਰ ਤੂੰ ਡੋਲੇਗਾ ਤੇ ਦੀਨ ਹੋ ਜਾਏਗਾ, ਵਿਚਾਰਾ ਤੇਰੇ ਕੋਲ ਕੁਝ ਨਹੀਂ। ਹੁਣ ਕਿਉਂ ਤੂੰ ਡੋਲ ਰਿਹਾ? ਇਹਦੇ ਅਰਥ ਇਹ ਵੀ ਨੇ। 7ਵਾਂ ਸ਼ਲੋਕ ਹੈ। ਫਿਰ ਕਹਿੰਦੇ ਤਨ ਧਨ ਸੰਪੈ ਸੁਖ ਦਿਓ, ਅਰ ਜਿਹ ਨੀਕੇ ਧਾਮ। ਸੋਹਣੇ ਮਕਾਨ ਵੀ ਦਿੱਤੇ। ਅਖੀਰ ਤੇ ਕਿਹਾ ਕਉ ਨਾਨਕ ਸੁਣ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਹੇ ਮੇਰੇ ਮਨ, ਫਿਰ ਵੀ ਤੂੰ ਇਸ ਤਰ੍ਹਾਂ ਦੇ ਪਰਮਾਤਮਾ ਨੂੰ ਸਿਮਰਦਾ ਕਿਉਂ ਨਹੀਂ? ਉਹਨੂੰ ਯਾਦ ਕਿਉਂ ਨਹੀਂ ਕਰਦਾ? ਉਹਦਾ ਨਾਮ ਕਿਉਂ ਨਹੀਂ ਜਪਦਾ? ਆਓ 1-2 ਮਿੰਟ ਵਾਸਤੇ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।